ਦਿਲੋਂ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ। ਮੈਂ ਹਾਂ ਤੁਹਾਡੀ ਆਪਣੀ ਦਿਵਿਆ ਨੇਜਾ ਤੇ ਲੈਂਡਮਾਰਕ ਇਮੀਗ੍ਰੇਸ਼ਨ ਦੇ ਇਸ ਖਾਸ ਸ਼ੋਅ ਦੇ ਵਿੱਚ ਤੁਹਾਡਾ ਤਹਿ ਦਿਲੋਂ ਸਵਾਗਤ ਹੈਗਾ। ਕਈ ਸਾਲਾਂ ਦਾ ਐਕਸਪੀਰੀਅੰਸ, ਕਈ ਸਾਲਾਂ ਦਾ ਭਰੋਸਾ, ਇਹ ਉਹ ਬ੍ਰਾਂਡ ਹੈਗਾ ਜਿੱਥੇ ਆ ਕੇ ਬਹੁਤ ਸਾਰੇ ਬੱਚੇ ਆਪਣਾ ਫਿਊਚਰ ਚੇਂਜ ਕਰ ਚੁੱਕੇ ਨੇ। ਹੋਰ ਜੇ ਤੁਸੀਂ ਵੀ ਸੁਪਨਾ ਰੱਖ ਰਹੇ ਹੈਗੇ ਹੋ ਅਬਰੋਡ ਜਾ ਕੇ ਸਟੱਡੀ ਕਰਨ ਦਾ, ਹੋਰ ਤੁਸੀਂ ਥੋੜ੍ਹੇ ਜਿਹੇ ਸਟੈਪਸ ਅਵੇ ਹੈਗੇ ਹੋ, ਇੱਥੇ ਆ ਕੇ ਆਪਣੀ ਪ੍ਰੋਫਾਈਲ ਜ਼ਰੂਰ ਐਕਸੈਸ ਕਰਵਾਓ, ਨਹੀਂ ਤਾਂ ਰਿਵਿਊਜ਼ ਚੈੱਕ ਕਰੋ। ਤੁਹਾਨੂੰ ਆਪ ਪਤਾ ਚੱਲ ਜਾਏਗਾ ਕਿ ਇਹ ਬ੍ਰਾਂਡ ਸਿਰਫ ਨਾਮ ਦਾ ਹੀ ਨਹੀਂ ਹੈਗਾ, ਕੰਮ ਦਾ ਵੀ ਹੈਗਾ ਆ। ਇੱਥੇ ਵਿਜ਼ਿਟ ਜ਼ਰੂਰ ਕਰਿਓ। ਇਹਨਾਂ ਦੇ ਨੰਬਰ, ਇਹਨਾਂ ਦੇ ਐਡਰੈਸਿਸ ਪੂਰੇ ਸ਼ੋਅ ਦੇ ਦੌਰਾਨ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਫਲੈਸ਼ ਹੁੰਦੇ ਰਹਿਣਗੇ। ਹੋਰ ਤੁਹਾਡੇ ਨਾਲ ਗੱਲਬਾਤ ਕਰਨ ਦੇ ਲਈ ਵਨ ਆਫ ਦ ਮੋਸਟ ਐਕਸਪੀਰੀਅੰਸਡ ਆਪਾਂ ਐਕਸਪਰਟ ਆਪਣੇ ਨਾਲ ਲੈ ਕੇ ਆਏ ਹਾਂ, ਤਾਂ ਆਓ ਫਿਰ ਉਹਨਾਂ ਦਾ ਸਵਾਗਤ ਕਰੀਏ। ਗੁਰਪ੍ਰੀਤ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਵੈਰੀ ਮਚ ਜੀ। ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਤੇ ਲੈਂਡਮਾਰਕ ਇਮੀਗ੍ਰੇਸ਼ਨ ਦੀ ਪੂਰੀ ਟੀਮ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ। ਗੁਰਪ੍ਰੀਤ ਜੀ, ਬਹੁਤ ਸਾਰੇ ਸਟੂਡੈਂਟਸ ਦਾ ਵੀਜ਼ਾ ਪਿਛਲੇ ਕੁਝ ਦਿਨਾਂ ਦੇ ਵਿੱਚ ਲੈਂਡਮਾਰਕ ਨੇ ਹਾਸਲ ਕੀਤਾ, ਅਚੀਵ ਕੀਤਾ ਆ, ਜਾਂ ਮੈਂ ਕਹਾਂ ਕਿ ਸਟੂਡੈਂਟਸ ਨੇ ਅਚੀਵ ਕੀਤਾ ਇੱਥੇ ਆ ਕੇ। ਕੀ ਲੱਗਦਾ ਹੈ ਕਿ ਸਟੂਡੈਂਟ ਜਦ ਇੱਥੇ ਆਉਂਦਾ ਹੈ ਤੁਸੀਂ ਉਹਦੇ ਮਾਈਂਡ ਸੈਟ ਕਿੱਦਾਂ ਕਰਦੇ ਹੈਗੇ ਹੋ, ਕਿੱਦਾਂ ਉਹਨਾਂ ਨਾਲ ਤੁਸੀਂ ਡੀਲ ਕਰਦੇ ਹੋ? ਦੇਖੋ, ਸਭ ਤੋਂ ਪਹਿਲਾਂ ਤਾਂ ਇਸ ਸਕਸੈਸ ਸਟੋਰੀਜ਼ ਦੇ ਲਈ ਮੈਂ ਸਾਰਿਆਂ ਦਾ ਹੀ ਧੰਨਵਾਦ ਕਰਨਾ ਚਾਹੁੰਦਾ ਵਾਂ, ਕਿਉਂਕਿ ਇਹ ਸਕਸੈਸ ਸਟੋਰੀਜ਼ ਤਾਂ ਹੀ ਹੋ ਪਾਈਆਂ ਨੇ ਕਿਉਂਕਿ ਉਹਨਾਂ ਨੇ ਸਾਡੇ 'ਤੇ ਟਰਸਟ ਕੀਤਾ। ਉਹਨਾਂ ਨੇ ਸਮਝਿਆ ਕਿ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਜਿਹੜਾ ਵੀਜ਼ਾ ਆ ਸਕਦਾ ਵਾ, ਲੈਂਡਮਾਰਕ ਇਮੀਗ੍ਰੇਸ਼ਨ ਇੱਕ ਪ੍ਰੋਪਰ ਗਾਈਡੈਂਸ ਦੇ ਸਕਦਾ ਵਾ, ਜਿਹਦੇ ਸਦਕਾ ਉਹਨਾਂ ਨੇ ਲੈਂਡਮਾਰਕ ਇਮੀਗ੍ਰੇਸ਼ਨ ਨੂੰ ਚੁਣਿਆ ਐਜ਼ ਏ ਕੰਸਲਟੈਂਟ। ਜੀ, ਅੱਛਾ, ਇੰਨਾ ਹੀ ਨਹੀਂ ਹੈਗਾ, ਰਿਫਿਊਜ਼ਲ ਆਉਣ ਤੋਂ ਬਾਅਦ ਵੀ ਉਹ ਪਿੱਛਾ ਨਹੀਂ ਛੱਡਦੇ। ਉਹ ਕਹਿੰਦੇ ਨਹੀਂ, ਸਾਨੂੰ ਪੂਰਾ ਭਰੋਸਾ ਲੈਂਡਮਾਰਕ 'ਤੇ ਕਿ ਆਪਾਂ ਇੱਥੋਂ ਹੀ ਅੱਗੇ ਜਾਵਾਂਗੇ। ਇੰਨਾ ਭਰੋਸਾ ਕਿੱਦਾਂ ਤੁਸੀਂ ਜਿੱਤ ਸਕਦੇ ਹੈਗੇ ਹੋ? ਬਿਲਕੁਲ, ਸਿਰਫ ਇਹ ਭਰੋਸਾ ਸਿਰਫ ਜਿੱਤਿਆ ਜਾਂਦਾ ਕਿ ਜਦੋਂ ਅਸੀਂ ਕੋਈ ਵੀ ਗਾਈਡੈਂਸ ਦਿੰਦੇ ਹਾਂ, ਬੜੀ ਓਨੈਸਟੀ ਨਾਲ ਦਿੰਦੇ ਹਾਂ ਜੀ। ਜਿਹੜਾ ਵੀ ਸਲਾਹ ਦਿੰਦੇ ਹਾਂ ਉਹਦੇ 'ਚ ਬੜੀ ਇੱਕ ਜੈਨੂਇਨਿਟੀ ਹੁੰਦੀ ਹੈ। ਸੋ ਮੈਨੂੰ ਲੱਗਦਾ ਹੈ ਕਿ ਅਸੀਂ ਅੱਜ ਸਹੀ ਸਲਾਹ ਦਿੰਦੇ ਹਾਂ। ਜੇ ਬੱਚਾ ਕੋਈ ਵੀ ਰਿਫਿਊਜ਼ ਵੀ ਹੋ ਜਾਂਦਾ ਸਾਡੇ ਕੋਲ, ਉਹ ਵੀ ਸਾਡੇ ਨਾਲ ਹਮੇਸ਼ਾ ਲਈ ਜੁੜਿਆ ਰਹਿੰਦਾ ਵਾ, ਰੀਫਾਈਲ ਵੀ ਸਾਡੇ ਤੋਂ ਕਰਦਾ। ਉਸ ਮੈਂ ਦੇਖਦਾ ਇੱਦਾਂ ਦੀਆਂ ਸਕਸੈਸ ਸਟੋਰੀਜ਼ ਜਿਹੜੀਆਂ ਦੁਬਾਰਾ ਫਾਈਲ ਕਰਨ ਦੇ ਉੱਤੇ ਵੀਜ਼ੇ ਵੀ ਆ ਜਾਂਦੇ ਆ। ਸੋ ਮੈਨੂੰ ਲੱਗਦਾ ਹੈ ਕਿਤੇ ਨਾ ਕਿਤੇ ਸਟੂਡੈਂਟ ਨੂੰ ਟਰਸਟ ਬਣਾ ਕੇ ਰੱਖਣਾ ਚਾਹੀਦਾ। ਮੈਂ ਇਹ ਨਹੀਂ ਕਹਿੰਦਾ ਅੱਜ ਇਸ ਮੰਚ ਤੋਂ ਕਿ ਸਿਰਫ ਲੈਂਡਮਾਰਕ ਇਮੀਗ੍ਰੇਸ਼ਨ ਇਜ਼ ਅ ਟਰਸਟਵਰਦੀ ਕੰਪਨੀ ਇਨ ਦਿਸ ਫੀਲਡ। ਸੋ ਬਹੁਤ ਸਾਰੀਆਂ ਹੋਣਗੀਆਂ। ਬਸ ਇਹੀ ਹੈ, ਜੇ ਤੁਹਾਡਾ ਕੰਸਲਟੈਂਟ ਜਿਹੜਾ ਉਹ ਬਿਲਕੁਲ ਤੁਹਾਡਾ ਹੱਥ ਨਾਲ ਹੱਥ ਫੜ ਕੇ ਚੱਲਦਾ ਆ ਔਰ ਤੁਹਾਡੀ ਪ੍ਰੋਬਲਮ ਨੂੰ ਆਪਣੀ ਪ੍ਰੋਬਲਮ ਸਮਝਦਾ ਵਾ ਔਰ ਤੁਹਾਨੂੰ ਬਿਲਕੁਲ ਸਹੀ ਗਾਈਡੈਂਸ ਦਿੰਦਾ ਵਾ, ਤੁਹਾਡਾ ਰਿਫਿਊਜ਼ ਹੋਣ ਤੋਂ ਬਾਅਦ ਵੀ ਫੋਨ ਚੱਕਦਾ ਵਾ ਔਰ ਤੁਹਾਡੇ ਨਾਲ ਗੱਲਬਾਤ ਕਰਦਾ ਰਹਿੰਦਾ ਔਰ ਤੁਹਾਨੂੰ ਨਵੇਂ ਸੋਲਿਊਸ਼ਨਸ ਦਿੰਦਾ, ਅਤੇ ਮੈਨੂੰ ਲੱਗਦਾ ਕਿ ਤੁਸੀਂ ਇੱਕ ਰਾਈਟ ਪਲੇਸ ਦੇ ਉੱਤੇ ਖੜ੍ਹੇ ਹੋ। ਫਿਰ ਉਹ ਲੈਂਡਮਾਰਕ ਇਮੀਗ੍ਰੇਸ਼ਨ ਚਾਹੇ ਕੋਈ ਵੀ ਇੰਡਸਟਰੀ ਦੇ ਵਿੱਚ ਹੈਗਾ। ਸੋ ਇਹ ਚੀਜ਼ 'ਤੇ ਬਹੁਤ ਧਿਆਨ ਦੇਣਾ, ਨਾ ਕਿ ਇਹ ਚੀਜ਼ ਦੇ ਉੱਤੇ ਕਿ ਅੱਜ ਮੇਰਾ ਕਿਤੋਂ ਰਿਫਿਊਜ਼ ਹੋ ਗਿਆ ਮੈਂ ਫਟਾਫਟ ਕਿਸੇ ਹੋਰ ਨਾਲ ਗੱਲ ਕਰਾਂ। ਦੇਖੋ, ਇਸ ਚੀਜ਼ ਦੇ ਵਿੱਚ ਕੀ ਹੋਊਗਾ ਕਿ ਹਰ ਕੋਈ ਆਪਣੇ ਪੈਸੇ ਬਣਾਉਣ ਦੇ ਚੱਕਰ 'ਚ ਰਹਿੰਦਾ ਹੈ। ਤੁਸੀਂ ਅਗਰ ਮੇਰੇ ਕੋਲ ਲੱਗੇ ਹੋਏ ਹੋ, ਮੇਰੇ ਕੋਲ ਰਿਫਿਊਜ਼ ਹੋ ਗਏ ਹੋ, ਰੀਫਾਈਲ ਕਰੋਗੇ, ਮੈਨੂੰ ਬਿਹਤਰ ਜਾਣਕਾਰੀ ਹੈ ਕਿ ਤੁਹਾਡੀ ਪਹਿਲਾਂ ਪ੍ਰੋਫਾਈਲ ਕੀ ਲੱਗੀ ਹੈ, ਕਿਹੜੀ ਡਾਕੂਮੈਂਟੇਸ਼ਨ ਲੱਗੀ ਹੈ, ਕਿੱਦਾਂ ਦੀ ਸਟੇਟਮੈਂਟ ਆਫ ਪਰਪਸ ਲੱਗੀ ਹੈ। ਅੱਜ ਮਾਰਕੀਟ ਦੇ ਵਿੱਚ ਬਹੁਤ ਰਿਫਿਊਜ਼ਲ ਤਰਾਸਦੀ ਹੈ ਕਿ ਉਹ ਬੱਚਿਆਂ ਨੂੰ ਉਹਨਾਂ ਦੇ ਕੰਸਲਟੈਂਟ ਕੁਝ ਦੱਸਦੇ ਵੀ ਨਹੀਂ ਪਏ। ਉਹਨਾਂ ਨੂੰ ਮੈਂ ਬਹੁਤ ਵੱਡੇ ਲੈਵਲ 'ਤੇ ਕਹੂੰਗਾ ਕਿ ਹਾਂ, ਤੁਹਾਡੇ ਲਈ ਖੁੱਲ੍ਹੇ ਨੇ ਡੋਰਸ ਲੈਂਡਮਾਰਕ ਇਮੀਗ੍ਰੇਸ਼ਨ ਦੇ। ਤੁਸੀਂ ਜਦੋਂ ਮਰਜ਼ੀ ਆ ਜਾਓ ਸਾਡੇ ਕੋਲ, ਅਸੀਂ ਤੁਹਾਨੂੰ ਗਾਈਡੈਂਸ ਦੇਵਾਂਗੇ, ਅਸੀਂ ਤੁਹਾਡਾ ਪ੍ਰੋਸੈਸ ਚਲਾਵਾਂਗੇ ਔਰ ਅਸੀਂ ਤੁਹਾਡੇ ਕਹਿ ਸਕਦੇ ਹੋ ਕਿ ਵੀਜ਼ਾ ਦਾ ਕਾਰਨ ਬਣਾਂਗੇ ਕਿ ਸਾਡੇ ਕੋਲ ਤੁਹਾਡਾ ਵੀਜ਼ਾ ਆਇਆ। ਮੈਂ ਚਾਹੁੰਦਾ ਹਾਂ ਕਿ ਤੁਸੀਂ ਇੱਕ ਵਾਰੀ ਕੰਸਲਟ ਜ਼ਰੂਰ ਕਰੋ ਲੈਂਡਮਾਰਕ, ਕਿਉਂਕਿ ਕੰਸਲਟੇਸ਼ਨ ਟੋਟਲੀ ਫ੍ਰੀ ਆਫ ਕਾਸਟ ਹੈ, ਕੋਈ ਚਾਰਜਸ ਨਹੀਂ ਹੈਗੇ। ਕਿਸੇ ਵੀ ਦਫ਼ਤਰ 'ਚ ਆ ਜਾਓ, ਚਾਹੇ ਸ਼੍ਰੀ ਅੰਮ੍ਰਿਤਸਰ ਸਾਹਿਬ ਆ ਜਾਓ, ਚਾਹੇ ਜਲੰਧਰ, ਲੁਧਿਆਣਾ, ਮੋਗਾ ਔਰ ਚੰਡੀਗੜ੍ਹ ਦੇ ਵਿੱਚ ਵੀ, ਮੋਹਾਲੀ ਹੈੱਡ ਆਫਿਸ ਦੇ ਵਿੱਚ ਜਾਂ ਗੁਜਰਾਤ ਦੇ ਵਿੱਚ, ਕਿਤੇ ਵੀ ਸਾਡੇ ਕੰਸਲਟੈਂਸੀ ਦੇ ਚਾਰਜਸ ਕੋਈ ਨਹੀਂ ਹੈਗੇ। ਔਰ ਜਿਹੜੀ ਕੰਸਲਟੈਂਸੀ ਹੈ ਉਹ ਇੱਕ ਐਕਸਪਰਟ ਗਾਈਡੈਂਸ ਦੇ ਅੰਦਰ ਹੈਗੀ ਹੈ। ਇਹ ਨਹੀਂ ਕਿ ਤੁਸੀਂ ਕਿਸੇ ਵੀ ਬੰਦੇ ਨੂੰ ਮਿਲ ਲਓਗੇ ਆ ਕੇ, ਸਿਰਫ ਐਕਸਪਰਟ ਟੀਮ ਨੂੰ ਮਿਲਾਇਆ ਜਾਂਦਾ ਤੁਹਾਡੇ ਨਾਲ, ਕਿਉਂਕਿ ਇਹ ਸਟੂਡੈਂਟ ਦੇ ਫਿਊਚਰ ਦਾ ਸਵਾਲ ਹੈ ਔਰ ਲੱਖਾਂ ਰੁਪਈਆ ਇਨਵੋਲਵ ਹੈਗਾ ਵਾ, ਉਹਦਾ ਧਿਆਨ ਅਸੀਂ ਬਿਲਕੁਲ ਰੱਖਦੇ ਹਾਂ। ਜੇ ਫਰਦਰ ਪ੍ਰੋਸੈਸ ਲਈ ਤੁਸੀਂ ਕੋਈ ਵੀ ਪੈਸਾ ਲੈਂਡਮਾਰਕ ਇਮੀਗ੍ਰੇਸ਼ਨ ਦਿੰਦੇ ਹੋ, ਅਸੀਂ ਉਸ ਪੈਸੇ ਦੀ ਵੈਲਿਊ ਕਰਦੇ ਹਾਂ, ਉਹਦੇ ਏਵਜ ਵਿੱਚ ਤੁਹਾਨੂੰ ਅਸੀਂ ਬੈਸਟ ਸਰਵਿਸਿਸ ਦਿੰਦੇ ਹਾਂ। ਬਿਲਕੁਲ, ਯੋਰ ਡ੍ਰੀਮ ਆਰ ਐਂਬਿਸ਼ਨ, ਇਹ ਟੈਗਲਾਈਨ ਇੱਦਾਂ ਹੀ ਨਹੀਂ ਦਿੱਤੀ ਹੋਈ। ਇਸ ਟੈਗਲਾਈਨ ਦੇ ਉੱਤੇ ਅਮਲ ਕੀਤਾ ਜਾਂਦਾ ਹੈ। ਤੁਹਾਡੇ ਸੁਪਨੇ ਇੱਥੇ ਆ ਕੇ ਪੂਰੇ ਕਰਨ ਦੀ ਜ਼ਿੰਮੇਵਾਰੀ ਇਹਨਾਂ ਦੀ ਬਣ ਜਾਂਦੀ ਹੈ। ਇੱਕ ਐਕਸਪੀਰੀਅੰਸਡ ਟੀਮ ਮਿਲਦੀ ਹੈਗੀ ਹੈ, ਜਿਨ੍ਹਾਂ ਨੂੰ ਕਈ ਸਾਲਾਂ ਦਾ ਐਕਸਪੀਰੀਅੰਸ ਹੈਗਾ, ਪ੍ਰੋਫੈਸ਼ਨਲ ਟੀਮ ਮਿਲਦੀ ਹੈਗੀ ਹੈ, ਜਿਨ੍ਹਾਂ ਕੋਲ ਹਜ਼ਾਰਾਂ ਬੱਚੇ ਇੱਥੇ ਆ ਕੇ ਆਪਣਾ ਫਿਊਚਰ ਬਣਾ ਚੁੱਕੇ ਨੇ। ਹੋਰ ਉਹ ਹਜ਼ਾਰਾਂ ਬੱਚੇ ਬਾਹਰ ਜਾ ਕੇ ਅੱਜ ਦੇ ਟਾਈਮ 'ਤੇ ਵੈਲ ਸੈਟਲਡ ਨੇ। ਬਹੁਤ ਸਾਰੀ ਸਕਸੈਸ ਸਟੋਰੀਜ਼ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਂਦੀਆਂ ਨੇ। ਲੇਕਿਨ ਸਰ, ਮੈਨੂੰ ਇੱਕ
ਇੱਦਾਂ ਦੀ ਵੀ ਚੀਜ਼ ਜ਼ਰੂਰ ਦੱਸੋ ਕਿ ਬਹੁਤ ਸਾਰੇ ਸਟੂਡੈਂਟਸ ਤੁਹਾਨੂੰ ਡੇ ਟੂ ਡੇ ਲਾਈਫ ਦੇ ਵਿੱਚ ਮਿਲਦੇ ਹੋਣੇ, ਆਉਂਦੇ ਹੋਣੇ, ਜਿਨ੍ਹਾਂ ਦਾ ਵੀਜ਼ਾ ਲੱਗ ਗਿਆ ਜਾਂ ਬਾਹਰ ਚਲੇ ਗਏ। ਕੋਈ ਇੱਦਾਂ ਦੀ ਸਕਸੈਸ ਸਟੋਰੀ ਹਲੇ ਤੱਕ ਤੁਹਾਡੇ ਦਿਮਾਗ ਦੇ ਵਿੱਚ ਹੋਏ ਜਿਹੜੀ ਥੋੜੀ ਡਿਫਰੈਂਟ ਸੀਗੀ ਬਟ ਸਟਿਲ ਉਹਨੇ ਕੀਤਾ? ਅੱਜ ਦੀ ਗੱਲ ਦੱਸ ਦਿੰਦਾ ਮੈਂ, ਮਤਲਬ ਮੈਂ ਪੁਰਾਣੀ ਤਾਂ ਕੀ ਜਾਊਂਗਾ, ਪਹਿਲਾਂ ਸ਼ੁਰੂ ਤੋਂ ਹੁਣ ਸ਼ੁਰੂ ਕਰ ਲੈਂਦੇ। ਅੱਜ ਸੀਗਾ ਮੁੰਡੇ ਨੂੰ ਮੈਂ ਕਿਹਾ ਯਾਰ ਤੂੰ ਗ੍ਰੈਜੂਏਟ ਹੈ ਕਿ ਤੇਰਾ ਵੀਜ਼ਾ ਆ ਗਿਆ ਅੱਜ ਲੈਂਡਮਾਰਕ ਇਮੀਗ੍ਰੇਸ਼ਨ ਤੋਂ, ਤੇਰੇ 5.5 ਬੈਂਡ ਇੱਕ ਚੋਂ ਹੈ, ਓਵਰਆਲ ਤੇਰੇ 6 ਹੈ। ਡਰ ਨਹੀਂ ਸੀ ਕਹਿੰਦਾ ਨਹੀਂ ਜੀ ਅਪਲਾਈ ਕਰਕੇ ਦੇਖਣਾ ਹੀ ਸੀਗਾ, ਉਹ ਵੀ ਲੈਂਡਮਾਰਕ ਇਮੀਗ੍ਰੇਸ਼ਨ ਤੋਂ। ਤੁਸੀਂ ਉਹਦਾ ਟੈਸਟੀਮੋਨੀਅਲ ਸੁਣ ਸਕਦੇ ਹੋ ਚੰਦ ਰੋਜ਼ ਵਿੱਚ, ਮਤਲਬ ਮੈਨੂੰ ਲੱਗਦਾ ਜਦ ਤੱਕ ਤੁਹਾਡੇ ਕੋਈ ਵੀਡੀਓ ਪਹੁੰਚ ਰਹੀ ਹੈ ਉਹ ਵੀ ਸੋਸ਼ਲ ਮੀਡੀਆ ਤੇ ਐਕਟੀਵੇਟ ਹੋ ਜਾਣਾ। ਸੋ ਮੈਨੂੰ ਲੱਗਦਾ ਕਿ ਤੁਸੀਂ ਦੇਖੋ ਬਹੁਤ ਸਾਰੇ ਬੱਚੇ ਹੈ, ਮੈਂ ਬਿਲਕੁਲ ਉਹ ਬੱਚੇ ਨਾਲ ਸਹਿਮਤ ਹਾਂ। ਕਦੀ ਜ਼ਿੰਦਗੀ ਦੇ ਵਿੱਚ ਰਿਗਰੈਟ ਨਹੀਂ ਰਹਿਣਾ ਚਾਹੀਦਾ ਕਿ ਮੈਂ ਆਪਣੇ ਅੱਗੇ ਫਿਊਚਰ ਬੱਚੇ ਨੂੰ ਦੱਸ ਰਿਹਾ ਕਿ ਯਾਰ ਮੈਂ ਅਪਲਾਈ ਕਰਦਾ ਤੇ ਸ਼ਾਇਦ ਅੱਜ ਕੈਨੇਡਾ ਹੁੰਦਾ, ਇੱਦਾਂ ਹੁੰਦਾ। ਤਾਂ ਸਾਨੂੰ ਕਰ ਲੈਣਾ ਚਾਹੀਦਾ ਕੰਮ। ਜਦੋਂ ਅਸੀਂ ਕਰਦੇ ਕੰਮ ਕਰਕੇ ਹੀ ਪਤਾ ਚੱਲਦਾ ਵਾ ਕਿ ਕੀ ਬੈਸਟ ਹੈ। ਹੋ ਸਕਦਾ ਤੁਹਾਡੇ ਅੰਦਰ ਵੀ ਕੋਈ ਬੈਸਟ ਚੀਜ਼ ਛੁਪੀ ਹੋਵੇ ਜਿਹੜਾ ਬਾਹਰ ਜਾ ਕੇ ਤੁਸੀਂ ਉਹਨੂੰ ਵਧੀਆ ਵਰਕਆਊਟ ਕਰਕੇ ਔਰ ਵਧੀਆ ਕਾਮਯਾਬ ਇਨਸਾਨ ਬਣ ਪਾਓ। ਸੋ ਇਹ ਚੀਜ਼ਾਂ ਆਉਂਦੀਆਂ। ਮੇਰੇ ਕੋਲ ਬਹੁਤ ਸਾਰੀ ਸਕਸੈਸ ਸਟੋਰੀਜ਼ ਇੱਦਾਂ ਦੀਆਂ ਹੈਗੀਆਂ। ਕੁੜੀ ਸੀ ਮੈਨੂੰ ਯਾਦ ਅੱਜ ਤੱਕ ਫਲੋਰ ਤੋਂ, ਆਲਰੇਡੀ PR ਫਾਈਲ ਕੀਤੀ, ਰਿਫਿਊਜ਼ ਹੋ ਗਈ, ਅਪੀਲ ਕੀਤੀ, ਰਿਫਿਊਜ਼ ਹੋ ਗਈ। ਅਸੀਂ ਉਹਨੂੰ ਸਟੂਡੈਂਟ ਵੀਜ਼ਾ ਤੇ ਭੇਜਿਆ। ਅੱਜ ਉਹ ਕੈਨੇਡਾ ਦੇ ਵਿੱਚ ਬੈਠੀ ਹੈ, ਉਹਦੀ ਕੋਰਸ ਕੰਪਲੀਟ ਹੋ ਚੁੱਕਿਆ ਕਿਉਂਕਿ ਉਹਨੂੰ ਗਈ ਨੂੰ 3.5 ਸਾਲ ਹੋ ਚੁੱਕੇ। 2 ਸਾਲ ਦੇ ਪ੍ਰੋਗਰਾਮ ਤੇ ਭੇਜੀ ਸੀਗੀ। ਮਤਲਬ PR ਦੇ ਵਿੱਚ ਵੀ 2 ਵਾਰ ਰਿਫਿਊਜ਼ਲ ਲੈਣ ਤੋਂ ਬਾਅਦ ਅਸੀਂ ਉਹਨੂੰ ਸਟੂਡੈਂਟ ਵੀਜ਼ਾ ਲਗਵਾ ਕੇ ਦਿੱਤਾ। ਸੋ ਇਸ ਤਰ੍ਹਾਂ ਦੀ ਸਕਸੈਸ ਸਟੋਰੀ ਡਿਫਰੈਂਟ ਤਰੀਕੇ ਦੀਆਂ ਸਾਡੇ ਕੋਲ ਪਈਆਂ ਨੇ। ਬਹੁਤ ਸਾਰੇ ਰਿਫਿਊਜ਼ਲ ਕੇਸਿਸ ਦੇ ਵਿੱਚ ਤਾਂ ਮਤਲਬ ਲੈਂਡਮਾਰਕ ਇਮੀਗ੍ਰੇਸ਼ਨ ਨਾਮ ਹੈ ਕਿ ਰਿਫਿਊਜ਼ ਹੋਣ ਤੋਂ ਬਾਅਦ ਕੈਂਡੀਡੇਟ ਜ਼ਰੂਰ ਸਾਡੇ ਕੋਲ ਆਵੇ ਕਿਉਂਕਿ ਉਹਦਾ ਵੀਜ਼ਾ ਲੱਗ ਜਾਂਦਾ ਵਾ। 5.5 ਬੈਂਡ ਇੱਕ ਚੋਂ ਰੀਸੈਂਟ ਅਸੀਂ ਦਿਖਾਇਆ 2 ਚੋਂ ਵੀ ਵੀਜ਼ਾ ਆਇਆ, ਪਰ ਮੈਂ ਪ੍ਰਮੋਟ ਨਹੀਂ ਕਰਦਾ ਉਸ ਚੀਜ਼ ਨੂੰ 2 ਚੋਂ 5.5 ਬੈਂਡ ਨੂੰ, ਕਿਉਂਕਿ ਜੇ 2 ਚੋਂ 5.5 ਦਾ ਵੀਜ਼ਾ ਲਿਆ ਜਾ ਸਕਦਾ, ਮੈਂ ਡਿਨਾਈ ਨਹੀਂ ਕਰੂੰਗਾ ਕਿ ਨਹੀਂ ਲਿਆ ਜਾ ਸਕਦਾ। 1 ਚੋਂ 5.5 ਵੀ ਲਿਆ ਜਾ ਸਕਦਾ, ਬਟ ਤੁਹਾਨੂੰ ਇੱਥੇ ਲੋੜ ਹੁੰਦੀ ਹੈ ਇੱਕ ਐਕਸਪਰਟ ਐਡਵਾਈਸ ਦੀ, ਇੱਕ ਐਕਸਪਰਟੀਜ਼ ਦੀ ਜੋ ਲੋੜ ਹੁੰਦੀ ਹੈ। ਜੇ ਤੁਸੀਂ ਐਕਸਪਰਟ ਐਡਵਾਈਸ ਨਾਲ ਜਾਣਾ ਚਾਹੁੰਦੇ ਹੋ, ਤੁਹਾਡਾ ਕੋਈ ਆਪਣਾ ਸੁਪਨਾ ਨਹੀਂ ਹੈਗਾ ਕਿ ਮੈਂ ਇਸੇ ਕਾਲਜ 'ਚ ਹੀ ਪੜ੍ਹਨਾ, ਨਹੀਂ ਤਾਂ ਮੈਂ ਕੈਨੇਡਾ ਨਹੀਂ ਜਾਊਂਗਾ, ਨਹੀਂ ਤਾਂ ਮੈਂ ਇਸ ਏਰੀਆ 'ਚ ਜਾਣਾ। ਜੇ ਤੁਹਾਡੀ ਇੱਦਾਂ ਦੀ ਕੋਈ ਇੱਛਾ ਨਹੀਂ ਹੈਗੀ ਤਾਂ ਵੀਜ਼ਾ ਕਿਸੇ ਵੀ ਪ੍ਰੋਫਾਈਲ ਤੇ ਲਿਆ ਜਾ ਸਕਦਾ ਵਰਕਆਊਟ ਕਰਕੇ। ਸੋ ਤੁਸੀਂ ਇੱਕ ਵਾਰੀ ਐਕਸਪਰਟ ਐਡਵਾਈਸ ਲੈਣ ਜ਼ਰੂਰ ਆਓ, ਸੋ ਦੈਟ ਤੁਹਾਨੂੰ ਵੀ ਪਤਾ ਲੱਗ ਸਕੇ ਕਿ ਤੁਹਾਡੇ ਕਿੰਨੇ % ਚਾਂਸ ਆ ਵੀਜ਼ਾ ਲੱਗਣ ਦੇ। ਬਿਕੋਜ਼ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਡੇ ਵੀਜ਼ਾ ਲੱਗਣ ਦੇ ਚਾਂਸਸ ਕਿੰਨੇ ਨੇ, ਕਿ 40% ਚਾਂਸ ਆ, ਕਿ 60% ਆ, ਕਿ 80 ਨੇ, ਕਿ 90-95% ਤੱਕ ਵੀ ਤੁਹਾਡੇ ਚਾਂਸ ਹੈਗੇ ਨੇ। ਅਸੀਂ ਤੁਹਾਨੂੰ ਬਿਲਕੁਲ ਸਟ੍ਰੇਟ ਫਾਰਵਰਡ ਦੱਸਾਂਗੇ। ਵੀਜ਼ਾ ਫਾਈਲ ਕਰਨਾ ਕਿ ਨਹੀਂ ਕਰਨਾ ਇਹ ਤੁਹਾਡਾ ਪਿਓਰਲੀ ਡਿਸੀਜਨ ਹੋਊਗਾ। ਉਹਦੇ ਵਿੱਚ ਲੈਂਡਮਾਰਕ ਇਮੀਗ੍ਰੇਸ਼ਨ ਤੁਹਾਨੂੰ ਕੁਝ ਨਹੀਂ ਕਹਿੰਦਾ ਕਿ ਤੁਸੀਂ ਅਪਲਾਈ ਕਰੋ ਜਾਂ ਨਾ, ਬਟ ਅਸੀਂ ਤੁਹਾਨੂੰ ਦੱਸਾਂਗੇ, ਸੱਚਾਈ ਨਾਲ ਰੂਬਰੂ ਕਰਾਵਾਂਗੇ। ਇਸੇ ਦਾ ਕਾਰਨ ਆ ਤੁਸੀਂ ਸ਼ੁਰੂ 'ਚ ਪੁੱਛਿਆ ਸੀ, ਮੈਂ ਕਿਹਾ ਜੀ ਓਨੈਸਟੀ ਹੈ ਜਿਹੜੀ ਸਾਡੀ, ਜਿਹੜੇ ਲੋਕਾਂ ਨੂੰ ਜੋੜ ਕੇ ਰੱਖਦੀ ਹੈ, ਜੈਨੂਇਨਿਟੀ ਹੈ ਜਿਹੜੀ ਲੋਕਾਂ ਨੂੰ ਸਾਡੇ ਨਾਲ ਜੋੜ ਕੇ ਰੱਖਦੀ ਹੈ ਜੀ। ਅੱਛਾ, ਆਫ ਕੈਮਰਾ ਮੈਂ ਸੁਣਿਆ ਸੀਗਾ ਬਾਹਰ ਜਦੋਂ ਆਪਾਂ ਬੈਠੇ ਸੀਗੇ, ਵੇਟ ਕਰ ਰਹੇ ਸੀਗੇ ਤੁਹਾਡੀ, ਸਟੂਡੈਂਟਸ ਦੱਸ ਰਹੇ ਸੀ ਆਪਣੇ ਆਪ 'ਚ ਹੀ ਗੱਲਾਂ ਬਾਤਾਂ ਕਰਦੇ, ਕਹਿੰਦੇ ਮੇਰਾ ਵੀਜ਼ਾ ਤਾਂ 20 ਦਿਨ 'ਚ ਆ ਗਿਆ ਸੀ, ਦੂਸਰਾ ਬੋਲਿਆ ਮੇਰਾ ਤਾਂ 2 ਦਿਨ 'ਚ ਆ ਗਿਆ ਸੀ। ਇਹ ਸੱਚੀ ਬੋਲ ਰਹੇ ਸੀਗੇ? ਇੱਦਾਂ ਵੀ ਹੁੰਦਾ ਆ? ਜੀ ਬਿਲਕੁਲ। ਇਹਦੇ ਵਿੱਚ ਦੇਖੋ ਹਾਈ ਕਮਿਸ਼ਨ ਦੇ ਹੱਥ ਵਿੱਚ ਹੁੰਦਾ ਵੀਜ਼ਾ। ਮੈਂ ਅੱਜ ਕੋਈ ਕ੍ਰੈਡਿਟ ਲੈਣਾ ਚਾਹੂੰਗਾ ਕਿ ਲੈਂਡਮਾਰਕ ਇਮੀਗ੍ਰੇਸ਼ਨ ਦੇ ਵੀਜ਼ੇ 2 ਦਿਨ ਚੱਲਦੇ ਨੇ, ਕਿਸੇ ਹੋਰ ਦਾ ਵੀ ਆ ਸਕਦਾ ਹੈ। ਜਿਸ ਪਿਓਰਲੀ ਡਿਪੈਂਡ ਔਨ ਦਾ ਹਾਈ ਕਮਿਸ਼ਨ ਕਿ ਉਹ ਕਿੰਨੇ ਦਿਨਾਂ ਦੇ ਵਿੱਚ ਵੀਜ਼ਾਸ ਦਿੰਦਾ। ਬਟ ਵੀ ਆਰ ਬਲੈਸਡ ਕਿ ਜਿਹੜੇ ਸਾਡੇ ਬੱਚਿਆਂ ਦੇ ਵੀਜ਼ੇ ਆ 2 ਦਿਨ 'ਚ, 20 ਦਿਨ ਦੇ ਵਿੱਚ। ਹਾਂ ਬਿਲਕੁਲ ਇਹਦੇ 'ਚ ਸੱਚਾਈ ਹੈ ਕਿ ਵੀਜ਼ੇ ਆਏ ਨੇ। ਸੋ ਅੱਗੇ ਆਉਣ ਵਾਲੇ ਸਟੂਡੈਂਟਸ ਦੇ ਵੀ ਆਉਂਦੇ ਰਹਿਣਗੇ। ਸੋ ਅਸੀਂ ਬਸ ਇਹੀ ਚਾਹੁੰਦੇ ਹਾਂ ਕਿ ਜੇ ਤੁਸੀਂ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਬਾਹਰ ਜਾਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ, ਬੀ ਜੈਨੂਅਨ। ਤੁਸੀਂ ਵੀ ਸਾਡੇ ਨਾਲ ਜੈਨੂਅਨ ਰਹੋ, ਬਿਲਕੁਲ ਜੈਨੂਅਨ ਡਾਕੂਮੈਂਟਸ ਲਗਾਓ ਔਰ ਕੋਈ ਵੀ ਫੇਕ ਡਾਕੂਮੈਂਟਸ ਨੂੰ ਤਰਜੀਹ ਨਾ ਦਿਓ, ਤਾਂ ਕਿ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਤੁਸੀਂ ਬਾਹਰ ਜਾਣ ਦਾ ਸੁਪਨਾ ਵੇਖਦੇ ਹੋ ਤਾਂ ਉਹਨੂੰ ਸਾਕਾਰ ਕੀਤਾ ਜਾ ਸਕੇ ਬਿਨਾਂ ਕਿਸੇ ਅੜਚਨ ਦੇ। ਸੋ ਇਹ ਚੀਜ਼ ਦਾ ਧਿਆਨ ਰੱਖਣਾ ਵਾ। ਬਿਲਕੁਲ ਅਸੀਂ ਜਿਹੜੇ ਫੇਕ ਫਾਲਸ ਡਾਕੂਮੈਂਟਸ ਹੈਗੇ ਨੇ ਉਹਨਾਂ ਨੂੰ ਬਿਲਕੁਲ ਵੈਲਿਊ ਨਹੀਂ ਕਰਦੇ। ਬਿਲਕੁਲ ਜੈਨੂਅਨ ਤੁਹਾਡੀ ਜੋ ਕੁਆਲੀਫਿਕੇਸ਼ਨ ਹੈ, ਤੁਹਾਡਾ ਕੋਈ ਐਡੂਕੇਸ਼ਨ ਗੈਪ ਹੋ ਚੁੱਕਿਆ ਹੈ, ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਤੁਹਾਡਾ ਕੋਈ ਵੀ XYZ ਪ੍ਰੋਬਲਮ ਹੈ, ਜੇ ਤੁਸੀਂ ਸਾਡੇ ਨਾਲ ਬਿਲਕੁਲ ਜੈਨੂਅਨ ਟਰਾਂਸਪੇਰੈਂਟ ਰਹੋਗੇ ਤੇ ਸਾਨੂੰ ਕੰਮ ਕਰਨ ਦੇ ਵਿੱਚ ਆਸਾਨੀ ਹੁੰਦੀ ਹੈ। ਬਿਲਕੁਲ, ਐਬਸੋਲੂਟਲੀ ਟਰੂ। ਹੋਰ ਜੇ ਤੁਸੀਂ ਵੀ ਇਹਨਾਂ ਕੋਲ ਆ ਕੇ ਵਿਜ਼ਿਟ ਕਰਨਾ ਚਾਹੁੰਦੇ ਹੋ, ਤੁਸੀਂ ਫਿਊ ਸਟੈਪਸ ਅਵੇ ਹੈਗੇ ਹੋ। ਫਿਊ ਸਟੈਪਸ ਅਵੇ ਮੈਂ ਇਸ ਲਈ ਕਹਿ ਰਹੀ ਹਾਂ ਕਿਉਂਕਿ ਇਹਨਾਂ ਦੇ ਨੰਬਰ ਤੁਸੀਂ ਨੋਟ ਕਰੋਗੇ, ਹੋਰ ਤੁਸੀਂ ਉਹਨਾਂ ਨੂੰ ਕਾਲ ਕਰਕੇ ਅਪਾਇੰਟਮੈਂਟ ਬੁੱਕ ਕਰੋਗੇ, ਇੱਥੇ ਆ ਕੇ ਆਪਣੀ ਪ੍ਰੋਫਾਈਲ ਅਸੈਸ ਕਰਵਾਓਗੇ, ਹੋਰ ਪ੍ਰੋਬਲਮ ਸੋਲਵ। ਤੁਸੀਂ ਸਿਰਫ ਫਿਊ ਸਟੈਪਸ ਅਵੇ ਹੋ। ਇਸ ਚੀਜ਼ ਨੂੰ ਯਾਦ ਕਰੋ ਔਰ ਨੰਬਰ ਇਹਨਾਂ ਦੇ ਨੋਟ ਕਰਨਾ ਬਿਲਕੁਲ ਨਾ ਭੁੱਲਿਓ। ਇੱਕ ਚੀਜ਼ ਮੈਨੂੰ ਹੋਰ ਦੱਸੋ ਸਰ, ਸਾਡਾ ਨਾ ਫਾਈਨਲ ਮੋਟਿਵ ਹੁੰਦਾ ਹੈ ਕਿ ਛੇਤੀ ਤੋਂ ਛੇਤੀ PR ਮਿਲ ਜਾਵੇ। ਇੱਕ ਸਟੂਡੈਂਟ ਦਾ ਸੁਪਨਾ ਜਿਹੜਾ ਹੁੰਦਾ ਆ, ਐਦਾਂ ਦਾ ਵੀ ਕੋਈ ਆਪਸ਼ਨ ਹੈਗਾ ਆ ਜਾਂ ਕੋਈ ਕੋਰਸ ਹੈਗਾ ਆ, ਕੋਈ ਪ੍ਰੋਗਰਾਮ ਹੈਗਾ ਆ ਕਿ ਘੱਟ ਤੋਂ ਘੱਟ ਟਾਈਮ 'ਚ ਛੇਤੀ ਤੋਂ ਛੇਤੀ PR ਮਿਲ ਜਾਵੇ?
ਦੇਖੋ ਪੀਆਰ ਡਿਪੈਂਡ ਕਰਦੀ ਹੈ ਕੈਨੇਡਾ ਦੇ ਵਿੱਚ ਪ੍ਰੋਵਿੰਸ ਦੇ ਉੱਤੇ ਕਿ ਤੁਸੀਂ ਕਿਹੜੇ ਪ੍ਰੋਵਿੰਸ ਵਿੱਚ ਕਿਹੜੇ ਏਰੀਆ ਦੇ ਵਿੱਚ ਆ ਰਹੇ ਹੋ। ਸੋ ਮੈਨੀ ਪ੍ਰੋਵਿੰਸਸ ਆਰ ਗਿਵਿੰਗ ਯੂ ਪੀਆਰ ਔਨ ਅ ਵੈਰੀ ਫਾਸਟ ਟਰੈਕ। ਸੋ ਦਾ ਥਿੰਗ ਇਜ਼ ਵਾਟ ਕਿ ਸਸਕੈਚੁਅਨ ਦੇ ਵਿੱਚ ਜਾਂਦੇ ਹੋ ਤਾਂ ਸਸਕੈਚੁਅਨ ਦੇ ਵਿੱਚ 1 ਸਾਲ ਦੇ ਨਾਲ 960 ਘੰਟੇ ਦਾ ਐਕਸਪੀਰੀਅੰਸ ਲੈ ਕੇ ਪੀਆਰ ਹੋ ਜਾਂਦਾ ਬੰਦਾ। ਅੱਛਾ। ਸੋ ਇਸੇ ਤਰ੍ਹਾਂ ਜਦੋਂ ਤੁਸੀਂ RNIP ਏਰੀਆਜ਼ ਵਿੱਚ ਜਾਂਦੇ ਹੋ ਉੱਥੇ ਵੀ ਪੀਆਰ ਦੀ ਜਿਹੜੀ ਅਵੇਲੇਬਿਲਿਟੀ ਹੈ ਉਹ 3 ਸਾਲਾਂ ਦੇ ਅੰਦਰ ਅੰਦਰ ਬੰਦਾ ਪੀਆਰ ਹੋ ਜਾਂਦਾ। AIPP ਦੇ ਅੰਦਰ ਵੀ ਸੇਮ ਰੂਲ ਫੋਲੋ ਹੁੰਦਾ ਵਾ। ਸੋ ਬਹੁਤ ਸਾਰੀਆਂ ਚੀਜ਼ਾਂ ਨੇ ਬਟ ਅੱਜ ਸਟੂਡੈਂਟ ਕਈ ਵਾਰ ਇਸ ਚੀਜ਼ ਦਾ ਵੀ ਸ਼ਿਕਾਰ ਹੋ ਜਾਂਦਾ ਕਿ ਉਹ ਸਿਰਫ ਟੋਰਾਂਟੋ, ਬਰੈਂਪਟਨ, ਮਿਸੀਸਾਗਾ ਜਾਂ ਕਿਸੇ ਵੱਡੇ ਸ਼ਹਿਰ ਦੇ ਵਿੱਚ ਵੈਨਕੂਵਰ ਦੇ ਵਿੱਚ ਜਾਂ ਕਿਤੇ ਬਿਲਕੁਲ ਪਰਟੀਕੂਲਰ ਮਤਲਬ ਸੈਂਟਰਲੀ ਲੋਕੇਟਡ ਸ਼ਹਿਰਾਂ 'ਚ ਜਾਣਾ ਚਾਹੁੰਦਾ ਵਾ ਜਿੱਥੇ ਪੀਆਰ ਨੂੰ ਲੈ ਕੇ ਵੀ ਥੋੜੀ ਡਿਲੇ ਹੁੰਦਾ ਵਾ ਪਲੱਸ ਕੰਮ ਨੂੰ ਲੈ ਕੇ ਵੀ ਥੋੜਾ ਡਿਲੇ ਹੋ ਸਕਦਾ ਵਾ ਕਿਉਂਕਿ ਕੰਪੀਟੀਸ਼ਨ ਇਜ਼ ਔਨ ਰੀਅਲੀ ਹਾਇਰ ਸਾਈਡ। ਸੋ ਇਸ ਕਰਕੇ ਦਿੱਕਤ ਹੋ ਸਕਦੀ ਹੈ ਪਰ ਜੇ ਤੁਸੀਂ ਐਕਸਪਰਟ ਐਡਵਾਈਸ ਨਾਲ ਚੱਲੋ ਤੇ ਪੀਆਰ ਬਹੁਤ ਛੇਤੀ ਹੋ ਸਕਦੀ। ਅੱਜ ਮੈਂ ਤੁਹਾਨੂੰ ਲਿਖ ਕੇ ਦਿੰਦਾ ਜੇ ਤੁਸੀਂ ਬੈਚਲਰ ਕਰਨ ਜਾਣਾ ਚਾਹੁੰਦੇ ਹੋ ਟੋਰਾਂਟੋ ਦੇ ਵਿੱਚ ਬੈਚਲਰ ਕਰਨ ਜਾਣਾ ਚਾਹੁੰਦੇ ਹੋ ਤੇ ਤੁਹਾਡੀ ਬੈਚਲਰ ਦੀ ਕਾਸਟ ਸਿਰਫ $50,000 ਆਏਗੀ, ਸਿਰਫ 25 ਲੱਖ ਰੁਪਈਆ। ਮਤਲਬ ਤੁਸੀਂ ਇਹ ਸੋਚ ਕੇ ਚੱਲੋ ਜੇ ਤੁਸੀਂ ਬੈਚਲਰ ਕਰਨ ਜਾਣਾ ਚਾਹੁੰਦੇ ਹੋ ਤਾਂ ਤੁਹਾਡੀ ਕਾਸਟ ਜਿਹੜੀ ਹੈ ਸਿਰਫ 25 ਲੱਖ ਰੁਪਈਆ 4 ਸਾਲਾਂ ਦੀ ਬੈਚਲਰ ਬਹੁਤ ਘੱਟ ਪੈਸੇ 'ਚ ਨਿਬੜ ਜਾਏਗੀ। ਸੋ ਮੈਨੂੰ ਲੱਗਦਾ ਕਿ 6 ਲੱਖ ਰੁਪਈਆ 6.5 ਲੱਖ ਰੁਪਈਆ ਸਾਲ ਦੀ ਕਾਸਟਿੰਗ ਆਈ ਤੁਹਾਡੀ ਜੇ ਤੁਸੀਂ ਜਾਣਾ ਚਾਹੁੰਦੇ ਹੋ। ਬਟ ਕੀ ਹੈ ਉਹਦਾ ਇੱਕ ਪਾਥਵੇ ਡਿਫਰੈਂਟ ਹੈਗਾ। ਸਪੋਜ਼ ਸਟੂਡੈਂਟ ਵਾਂਟਸ ਟੂ ਗੋ ਟੂ ਅ ਪ੍ਰਾਈਵੇਟ ਕਾਲਜ, ਆਈ ਐਮ ਹੈਵਿੰਗ ਦੈਟ ਕਾਈਂਡ ਆਫ ਆਪਸ਼ਨ ਇਨ ਟੋਰਾਂਟੋ ਕਿ ਸਟੂਡੈਂਟ ਅੱਜ ਇੱਥੋਂ ਜਾਊਗਾ ਇੱਕ ਪ੍ਰਾਈਵੇਟ ਕਾਲਜ ਦੇ ਵਿੱਚ। ਠੀਕ ਹੈ, ਪ੍ਰਾਈਵੇਟ ਕਾਲਜ ਨਾਰਮਲੀ ਤੁਸੀਂ ਵੇਖਿਆ ਹੋਣਾ ਲੈਂਡਮਾਰਕ ਇਮੀਗ੍ਰੇਸ਼ਨ ਪ੍ਰਮੋਟ ਨਹੀਂ ਕਰਦਾ ਪਰ ਮੈਂ ਅੱਜ ਤੁਹਾਨੂੰ ਇਹ ਦੱਸ ਰਿਹਾ ਇਹ ਚੀਜ਼ ਕਿਉਂਕਿ ਉਹ ਇੱਕ ਲੌਂਗ ਟਰਮ ਪਾਥ ਦੇ ਵਿੱਚ ਪ੍ਰਾਈਵੇਟ ਕਾਲਜ ਇੱਕ ਕਾਰਗਰ ਸਿੱਧ ਹੁੰਦਾ ਵਾ। ਕਿਉਂਕਿ ਅੱਜ ਤੁਸੀਂ ਪ੍ਰਾਈਵੇਟ ਕਾਲਜ ਜਾਓਗੇ ਉਹਦੀ ਫੀਸ ਹੈ ਸਿਰਫ $12,600 2 ਸਾਲਾਂ ਦੀ। 2 ਸਾਲ ਉੱਥੇ ਤੁਸੀਂ ਪੜ੍ਹੋਗੇ ਪਲੱਸ ਪੇਡ ਇੰਟਰਨਸ਼ਿਪ ਹੈਗੀ ਹੈ 6 ਮਹੀਨੇ ਦੀ। ਅੱਛਾ। ਪੇਡ ਇੰਟਰਨਸ਼ਿਪ ਦੇ ਵਿੱਚ ਤੁਹਾਨੂੰ $3,000 ਜਿਹੜੇ ਆ ਮੰਥਲੀ ਉਹ ਆਉਣਗੇ। ਉਹਦੇ ਵਿੱਚ ਤੁਸੀਂ ਦੇਖੋ $18,000 ਤੁਸੀਂ ਲੈ ਲਿਆ, 12,600 ਖਰਚ ਕੇ 18,000 ਤੁਸੀਂ ਲੈ ਲਿਆ ਪਲੱਸ ਤੁਸੀਂ 2 ਸਾਲ ਪੱਕੇ ਕਾਲਜ ਵਿੱਚ ਲਾਉਣੇ ਕਿਸੇ ਗਵਰਨਮੈਂਟ ਕਾਲਜ ਟੂ ਕੰਪਲੀਟ ਹੈ ਗ੍ਰੈਜੂਏਸ਼ਨ। ਜੇ ਗ੍ਰੈਜੂਏਸ਼ਨ ਦੀ ਫੀਸ $20,000 ਆ 2 ਸਾਲਾਂ ਲੱਗੀ 40,000, ਸ਼ੁਰੂ 'ਚ ਲੱਗੀ ਸੀ 12,000। ਸੋ ਕਿਤੇ ਨਾ ਕਿਤੇ 52,000 ਰੁਪਏ ਹੋ ਗਈ। 18,000 ਤੁਸੀਂ ਫਿਰ ਕਮਾ ਲਿਆ ਹਲੇ ਤੇ ਮੈਂ ਦੇਖਾਂ ਤਾਂ ਕਾਸਟ ਤਾਂ ਸਿਰਫ 40,000 ਤੋਂ ਵੀ ਥੱਲੇ ਆ ਗਈ। ਸਿਸਟਮੈਟਿਕਲੀ ਤੁਸੀਂ ਇੱਕ ਚੀਜ਼ ਨੂੰ ਸਮਝੋ, ਪੁਆਇੰਟਸ ਨੂੰ ਸਮਝੋ ਤਾਂ ਤੁਸੀਂ ਬਹੁਤ ਸਸਤੇ ਤਰੀਕੇ ਨਾਲ ਵੀ ਪੜ੍ਹ ਸਕਦੇ ਹੋ। ਬਟ ਅੱਜ ਸਟੂਡੈਂਟ ਦਾ ਸੁਪਨਾ, ਸਟੂਡੈਂਟ ਵੀ ਸਹੀ ਹੈ, ਸਟੂਡੈਂਟ ਸੋਚਦਾ ਕਿ ਮੈਂ ਡਾਇਰੈਕਟਲੀ ਇੱਥੋਂ ਸਰਕਾਰੀ ਕਾਲਜ ਵਿੱਚ ਜਾਵਾਂ। ਉਹ ਸਿਰਫ ਉਹਨਾਂ ਸਟੂਡੈਂਟ ਲਈ ਵੀ ਹੈ ਜਿਹੜੇ 2 ਸਾਲ ਦਾ ਹੀ ਪ੍ਰੋਗਰਾਮ ਕਰਨਾ ਚਾਹੁੰਦੇ ਔਰ ਕਰਕੇ ਪਰਮਿਟ ਲੈਣਾ ਚਾਹੁੰਦੇ ਬਟ ਅਦਰਵਾਈਜ਼ ਬਹੁਤ ਸਾਰੇ ਹੈਗੇ ਨੇ ਜਿਹਦੇ ਤੁਸੀਂ ਆਪਣਾ ਪੈਸਾ ਬਚਾ ਸਕਦੇ ਹੋ। ਇਸੇ ਚੀਜ਼ ਦੀ ਐਕਸਪਰਟਾਈਜ਼ ਹੈ ਲੈਂਡਮਾਰਕ ਇਮੀਗ੍ਰੇਸ਼ਨ ਦੇ ਕੋਲ ਜਿਹੜਾ 14 ਸਾਲ ਦਾ ਇਹ ਸਫ਼ਰ ਆ ਵੱਖ-ਵੱਖ ਤਰੀਕਿਆਂ ਦੇ ਵਿੱਚ ਨਿਕਲਿਆ। ਕੁਝ ਚੰਗੇ ਖੱਟੇ ਮਿੱਠੇ ਸਾਰੀਆਂ ਚੀਜ਼ਾਂ ਨਿਕਲੀਆਂ। ਸੋ ਮੈਨੂੰ ਲੱਗਦਾ ਹੈ ਕਿ ਇਸ ਦੌਰਾਨ ਦੇ ਵਿੱਚ ਜਿੰਨੀ ਕੁ ਨੌਲੇਜ ਗੇਨ ਹੋਈ ਹੈ, ਜਿੰਨੇ ਕੁ ਰਿਲੇਸ਼ਨਸ ਬਿਲਡ ਹੋਏ ਨੇ ਉਹਦਾ ਬੈਨੀਫਿਟ ਹਜ਼ਾਰਾਂ ਸਟੂਡੈਂਟ ਲੈ ਚੁੱਕੇ ਆ। ਆਉਣ ਵਾਲੇ ਸਮੇਂ 'ਚ ਹਜ਼ਾਰਾਂ ਸਟੂਡੈਂਟਸ ਔਰ ਪੇਰੈਂਟਸ ਨੇ ਲੈਣਾ ਵਾ। ਸੋ ਇਸ ਚੀਜ਼ ਚੱਲਦੀ ਰਹੇਗੀ। ਅਸੀਂ ਆਪਣੀ ਕੌਨਸਟੈਂਟ ਲਰਨਿੰਗ ਜਾਰੀ ਰੱਖਾਂਗੇ। ਅਸੀਂ ਵੀ ਆਪਣੀ ਨੌਲੇਜ ਨੂੰ ਇਨਕਰੀਜ਼ ਹਮੇਸ਼ਾ ਡੇ ਬਾਈ ਡੇ ਕਰਦੇ ਰਹਿੰਦੇ ਬਿਕਾਜ਼ ਸਾਡੀ ਜਿਹੜੀ ਫੀਲਡ ਹੈ ਇਟਸ ਅ ਕੌਨਸਟੈਂਟ ਲਰਨਿੰਗ ਫੀਲਡ। ਸੋ ਆਈ ਐਮ ਸ਼ੋਰ ਕਿ ਮੈਂ ਤੁਹਾਨੂੰ ਸ਼ੋਰਿਟੀ ਦਿੰਦਾ ਵਾਂ ਕਿ ਅਸੀਂ ਆਪਣੀ ਨੌਲੇਜ ਇਨਕਰੀਜ਼ ਕਰਦੇ ਰਹਿੰਦੇ ਹਾਂ ਔਰ ਸਾਡੀ ਟੀਮ ਦੀ ਨੌਲੇਜ ਨੂੰ ਵੀ ਅਸੀਂ ਅਪਡੇਟ ਕਰਦੇ ਰਹਿੰਦੇ ਹਾਂ। ਰੋਜ਼ ਉਹਨਾਂ ਨੂੰ ਅਪਗ੍ਰੇਡ ਕਰਦੇ ਹਾਂ, ਰੋਜ਼ ਇਨਫੋਰਮੇਸ਼ਨ ਸ਼ੇਅਰ ਕਰਦੇ ਹਾਂ ਤਾਂ ਕਿ ਉਹ ਜਿਹੜੀ ਇਨਫੋਰਮੇਸ਼ਨ ਇੱਕ ਕੈਨੇਡਾ ਤੋਂ ਚੱਲੀ ਹੈ, ਆਸਟ੍ਰੇਲੀਆ ਤੋਂ ਚੱਲੀ ਹੈ, ਨਿਊਜ਼ੀਲੈਂਡ ਤੋਂ ਜਾਈ ਹੈ ਜਾਂ USA ਤੋਂ ਆਈ ਹੈ ਜਾਂ ਕਿਸੇ ਯੂਰਪ ਕੰਟਰੀ ਤੋਂ ਆਈ ਹੈ, ਉਹ ਤੁਹਾਡੇ ਤੱਕ ਟਾਈਮਲੀ ਪਹੁੰਚ ਪਾਵੇ। ਇਹੀ ਸਾਡਾ ਮਕਸਦ ਹੈ ਇਹਨਾਂ TV ਸ਼ੋਜ਼ ਦਾ। ਇਹੀ ਸਾਡਾ ਮਕਸਦ ਹੁੰਦਾ ਜਿਹੜੇ ਅਸੀਂ ਲਾਈਵ ਸ਼ੋਜ਼ ਕਰਦੇ ਹਾਂ। ਇਹੀ ਮਕਸਦ ਹੈ ਕਿ ਤੁਹਾਡੇ ਕੋਲ ਇੱਕ ਜੈਨੂਅਨ ਇਨਫੋਰਮੇਸ਼ਨ ਜਲਦੀ ਤੋਂ ਜਲਦੀ ਟਰੈਵਲ ਕਰ ਜੇ। ਦਿਸ ਇਜ਼ ਦਾ ਓਨਲੀ ਏਜੰਡਾ। ਜੀ ਬਿਲਕੁਲ। ਉਹ ਜਿਹੜੀ ਛੋਟੀ ਕੈਲਕੂਲੇਸ਼ਨਸ ਆਪਾਂ ਨਹੀਂ ਕਰ ਪਾਉਂਦੇ ਨਾ, ਜਿੱਦਾਂ ਕਿ ਸਰ ਨੇ ਫੀਸ ਨੂੰ ਲੈ ਕੇ ਸਾਨੂੰ ਗਾਈਡ ਕੀਤਾ ਕਿ ਆਪਾਂ ਕਿੱਦਾਂ ਪੈਸੇ ਬਚਾ ਸਕਦੇ ਹਾਂ। ਸੋ ਪਰਸਨਲੀ ਆ ਕੇ ਵੀ ਤੁਸੀਂ ਸਮਝ ਸਕਦੇ ਹੋ। ਇੱਥੇ ਆ ਕੇ ਸਰ ਕਿੱਥੇ ਤੁਸੀਂ ਅਵੇਲੇਬਲ ਹੈਗੇ ਹੋ ਜੇ ਸਟੂਡੈਂਟ ਪਰਸਨਲੀ ਤੁਹਾਨੂੰ ਆ ਕੇ ਮਿਲਣਾ ਚਾਹੁਣ ਤਾਂ? ਦੇਖੋ ਮੈਨੂੰ ਮਿਲਣ ਲਈ ਇੱਕੋ ਚੀਜ਼ ਕਹੂੰਗਾ ਕਿ 9041390412 ਦੇ ਉੱਤੇ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰੋ। ਇਸ ਦੇ ਥਰੂ ਤੁਹਾਨੂੰ ਪਤਾ ਚੱਲ ਜਾਏਗਾ ਕਿ ਮੇਰੀ ਸੇਮ ਡੇ ਦੀ ਅਵੇਲੇਬਿਲਿਟੀ ਨੈਕਸਟ ਡੇ ਦੀ, ਕਿਉਂਕਿ ਮੈਂ ਇਹ ਇੱਕ ਰਿਕਾਰਡਡ ਸ਼ੋਅ ਹੈ। ਮੈਂ ਅਗਰ ਸਪੋਜ਼ ਬੋਲ ਦਿੰਦਾ ਅੱਜ ਕਿ ਇਸ ਸਮੇਂ 30 ਤਰੀਕ ਨੂੰ ਅਵੇਲੇਬਲ ਹੈ, ਕੱਲ੍ਹ ਨੂੰ ਮੇਰਾ ਪਲਾਨ ਪੋਸਟਪੋਨ ਹੋ ਜਾਣਾ, ਤੁਹਾਡਾ ਲੱਗ ਜਾਊਗਾ ਚੱਕਰ ਔਰ ਫਿਰ ਤੁਸੀਂ ਕਹੋਗੇ ਮੇਰੇ ਨਾਲ ਹੋਊਗੀ ਮਿਸਕਮਿਟਮੈਂਟ। ਸੋ ਮੈਂ ਚਾਹੁੰਦਾ ਵਾ ਕਿ ਜੇ ਤੁਸੀਂ ਮੈਨੂੰ ਮਿਲਣਾ ਚਾਹੁੰਦੇ ਹੋ ਕਰੰਟ ਲੋਕੇਸ਼ਨ ਮੇਰੀ ਚੈੱਕ ਕਰੋ 9041390412 ਦੇ ਉੱਤੇ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਕਿਸੇ ਵੀ ਬ੍ਰਾਂਚ ਵਿੱਚ। ਮੈਂ ਸਾਰੀਆਂ ਬ੍ਰਾਂਚਸ ਵਿਜ਼ਿਟ ਕਰਦਾ ਹਾਂ। ਮੈਂ ਮੋਗਾ, ਲੁਧਿਆਣਾ, ਜਲੰਧਰ, ਅੰਮ੍ਰਿਤਸਰ ਫ੍ਰੀਕੁਐਂਟਲੀ ਵਿਜ਼ਿਟ ਕਰਦਾ ਰਹਿੰਦਾ ਵਾ। ਸੋ ਮੈਨੂੰ ਮਿਲਣਾ ਬਹੁਤ ਆਸਾਨ ਹੈ। ਆਈ ਐਮ ਨੋਟ ਐਨੀ VIP ਪਰਸਨ। ਮੈਨੂੰ ਜਦੋਂ ਮਰਜ਼ੀ ਤੁਸੀਂ ਮਿਲ ਸਕਦੇ ਹੋ। ਤੁਹਾਡੇ ਵਰਗਾ ਹੀ ਮੈਂ ਇੱਕ ਹੈਗਾ ਵਾ। ਸੋ ਤੁਸੀਂ ਮੈਨੂੰ ਕਿਸੇ ਵੀ ਦਫ਼ਤਰ ਦੇ ਵਿੱਚ ਮਿਲ ਸਕਦੇ ਹੋ ਬਟ ਮੇਕ ਸ਼ੋਰ ਇੱਕ ਵਾਰੀ ਚੈੱਕ ਕਰ ਲਿਓ ਕਿ ਮੇਰੀ ਅਵੇਲੇਬਿਲਿਟੀ ਕਿੱਥੇ ਹੈਗੀ ਹੈ।
ਬਿਲਕੁਲ, ਤੇ ਇਹਨਾਂ ਦੇ ਨੰਬਰ ਨੋਟ ਕਰਨਾ ਬਿਲਕੁਲ ਨਹੀਂ ਭੁੱਲਣਾ, ਕਿਉਂਕਿ ਜੇ ਤੁਸੀਂ ਲੈਂਡਮਾਰਕ ਇਮੀਗ੍ਰੇਸ਼ਨ ਤੇ ਆ ਰਹੇ ਹੋ ਨਾ, ਔਰ ਜੇ ਤੁਸੀਂ ਐਕਸਪੀਰੀਅੰਸਡ ਬੰਦੇ ਨਾਲ ਤੁਸੀਂ ਇੱਥੇ ਆ ਕੇ ਗਾਈਡੈਂਸ ਲੈਣਾ ਚਾਹੁੰਦੇ ਹੋ, ਵੈਸੇ ਤਾਂ ਇਹਨਾਂ ਦੀ ਪੂਰੀ ਟੀਮ ਜਿਹੜੀ ਹੈਗੀ ਹੈ ਉਹ ਬਹੁਤ ਹੈਲਪਫੁਲ ਹੈ, ਬਹੁਤ ਹੀ ਐਕਸਪੀਰੀਅੰਸਡ ਹੈਗੀ ਹੈ, ਲੇਕਿਨ ਅੱਜ ਜਿੱਦਾਂ ਸਰ ਸਾਡੇ ਨਾਲ ਬੈਠ ਕੇ ਸਾਨੂੰ ਗਾਈਡ ਕਰਦੇ ਪਏ ਨੇ, ਸੋ ਕਈ ਵਾਰ ਸ਼ੋਅ ਦੇਖਦੇ ਦੇਖਦੇ ਸਾਡਾ ਜੀ ਕਰਦਾ ਕਿ ਆਪਾਂ ਇਹਨਾਂ ਨਾਲ ਹੀ ਗੱਲ ਕਰਨੀ ਹੈ, ਸੋ ਇਹਨਾਂ ਨੇ ਆਪਣੇ ਨੰਬਰ ਵੀ ਤੁਹਾਨੂੰ ਦੇ ਦਿੱਤੇ ਹੈ, ਤੁਸੀਂ ਇਹਨਾਂ ਦੀ ਅਪਾਇੰਟਮੈਂਟ ਵੀ ਲੈ ਸਕਦੇ ਹੈਗੇ ਹੋ। ਸਰ, ਲੋਕੇਸ਼ਨ ਦੀ ਗੱਲ ਕੀਤੀ ਸੀ ਤੁਸੀਂ, ਲੋਕੈਲਿਟੀ ਦੀ ਗੱਲ ਕੀਤੀ ਸੀ, ਕਿੱਦਾਂ ਸਿਲੈਕਟ ਕਿੱਦਾਂ ਕਰਨੀ ਚਾਹੀਦੀ ਹੈ ਕਿ ਆਪਾਂ ਕਿਹੜੀ ਲੋਕੈਲਿਟੀ ਦੇ ਵਿੱਚ ਜਾਈਏ? ਸਭ ਤੋਂ ਪਹਿਲਾਂ ਤਾਂ ਜੀ ਡਿਮਾਂਡ ਐਂਡ ਸਪਲਾਈ, ਮੇਰੇ ਨਾਲ ਹਰ ਬੱਚਾ ਸਹਿਮਤ ਹੋਊਗਾ ਇਸ ਚੀਜ਼ ਤੋਂ, ਜਿਹੜੇ ਬੀਟੈਕ ਕਰਕੇ ਗੁਜ਼ਰ ਗਏ ਹੋਣਗੇ, ਬੀਟੈਕ ਕਰ ਲਈ ਹੋਈ ਹੈ ਜਾਂ +2 ਵੀ ਹੋਣਗੇ, ਡਿਮਾਂਡ ਐਂਡ ਸਪਲਾਈ ਨੂੰ ਸਮਝਦੇ, ਜਿੱਥੇ ਡਿਮਾਂਡ ਜ਼ਿਆਦਾ ਹੈ ਉੱਥੇ ਸਪਲਾਈ ਦੇਣ 'ਚ ਕੋਈ ਹਰਜ ਨਹੀਂ ਹੈਗਾ। ਜਿੱਥੇ ਡਿਮਾਂਡ ਨਾ ਹੋਵੇ ਉੱਥੇ ਕਈ ਵਾਰੀ ਸਪਲਾਈ ਰੁਕ ਜਾਂਦੀ ਹੈ, ਮਤਲਬ ਵੀਜ਼ਾ ਰੁਕ ਸਕਦਾ ਵਾ। ਸੋ ਅੱਜ ਗਵਰਨਮੈਂਟ ਨੇ ਜੀ RNIP ਲਾਂਚ ਕੀਤਾ, AIP ਲਾਂਚ ਕੀਤਾ ਵਾ, ਜਾਂ ਸਸਕੈਚੁਅਨ ਦੇ ਵਿੱਚ ਹੈਗੀ ਜਿੱਥੇ ਡਿਮਾਂਡਸ ਹੈਗੀਆਂ ਨੇ, ਜੇ ਤੁਸੀਂ ਉੱਧਰ ਨੂੰ ਰੁਕ ਕਰੋਗੇ ਤਾਂ ਤੁਹਾਡੇ ਵੀਜ਼ਾ ਲੱਗਣ ਦੇ ਚਾਂਸਸ ਬਿਹਤਰ ਹੈਗੇ ਨੇ। ਔਰ ਮੈਂ ਤੁਹਾਨੂੰ ਸਿਰਫ ਇਹੀ ਕਹਿਣਾ ਚਾਹੂੰਗਾ, ਲੈਂਡਮਾਰਕ ਇਮੀਗ੍ਰੇਸ਼ਨ ਹਮੇਸ਼ਾ ਉਹਨੂੰ ਇੱਕ ਚੀਜ਼ ਦੇਖਦੀ। ਅੱਜ ਸਟੂਡੈਂਟ ਮੇਰੇ ਕੋਲ ਆਉਂਦਾ ਵਾ ਔਰ ਮੈਨੂੰ ਸਟੂਡੈਂਟ ਨੋ ਡਾਊਟ ਕਹਿੰਦਾ ਕਿ ਮੇਰਾ ਫਰੈਂਡ ਸਰਕਲ ਇੱਥੇ ਹੈ, ਮੇਰਾ ਫਰੈਂਡ ਇਸ ਸ਼ਹਿਰ 'ਚ ਰਹਿੰਦਾ ਵਾ, ਮੇਰੇ ਮਾਮਾ ਜੀ ਇਸ ਸ਼ਹਿਰ 'ਚ ਰਹਿੰਦੇ ਨੇ, ਮੇਰੇ ਨਾਨਾ ਜੀ ਇਸ ਸ਼ਹਿਰ 'ਚ ਰਹਿੰਦੇ ਨੇ, ਮੇਰੇ ਚਾਚਾ ਜੀ ਨੇ। ਐਕਚੁਅਲੀ ਮੈਂ ਤੁਹਾਡਾ ਫਰੈਂਕਲੀ ਗੱਲ ਕਰਨਾ ਚਾਹੁੰਦਾ ਅੱਜ ਕਿ ਮੈਨੂੰ ਕੋਈ ਰਿਸ਼ਤੇਦਾਰੀ ਨਹੀਂ ਦਿਖਦੀ, ਮੈਨੂੰ ਕੁਛ ਨਹੀਂ ਦਿਖਦਾ, ਨਾ ਤੁਹਾਡਾ ਦੋਸਤ ਦਿਖਦਾ, ਮੈਨੂੰ ਸਿਰਫ ਇਹ ਕੰਸਰਨ ਹੁੰਦਾ ਕਿ ਤੁਹਾਡਾ ਵੀਜ਼ਾ ਕਿੱਦਾਂ ਆ ਸਕਦਾ। ਉਹ ਵੀਜ਼ਾ ਜਦੋਂ ਤੋਂ ਤੁਹਾਡਾ ਆ ਜਾਏਗਾ, ਮੈਨੂੰ ਲੱਗਦਾ ਹਰ ਇੱਕ ਰਿਸ਼ਤੇਦਾਰੀ ਕੰਮ ਵੀ ਆਏਗੀ। ਜੇ ਤੁਹਾਡਾ ਵੀਜ਼ਾ ਰਿਫਿਊਜ਼ ਹੋ ਗਿਆ, ਰਿਸ਼ਤੇਦਾਰ ਉੱਥੇ ਰਹਿ ਜਾਣੇ, ਤੁਸੀਂ ਇੱਥੇ ਰਹਿ ਜਾਣਾ। ਸੋ ਇਸ ਚੀਜ਼ ਤੋਂ ਕਲੈਰਿਟੀ ਕਰਦੇ ਮੈਂ ਤੁਹਾਨੂੰ ਸਿਰਫ ਇੰਨਾ ਕਹੂੰਗਾ, ਮੈਂ ਤੁਹਾਡੇ ਨਾਲ ਵਾਅਦਾ ਕਰਦਾ ਵਾਂ ਕਿ ਤੁਹਾਨੂੰ ਇੱਕ ਸਰਕਾਰੀ ਕਾਲਜ ਦੇਵਾਂਗੇ, ਤੁਹਾਨੂੰ 2 ਸਾਲਾਂ ਦਾ ਪ੍ਰੋਗਰਾਮ ਘੱਟੋ ਘੱਟ ਦੇਵਾਂਗੇ ਤਾਂ ਕਿ ਤੁਸੀਂ 3 ਸਾਲ ਦਾ ਪਰਮਿਟ ਲੈ ਪਾਓ। ਜੇ ਤੁਹਾਨੂੰ 1 ਸਾਲ ਦਾ ਵੀ ਕੋਈ ਪ੍ਰੋਗਰਾਮ ਦਿੰਦੇ ਆ ਤੇ ਉਹ ਅੱਗੇ ਲੀਡ ਟੂ 2 ਈਅਰ ਪ੍ਰੋਗਰਾਮ ਹੁੰਦਾ ਵਾ ਜਾਂ ਲੀਡ ਟੂ ਬੈਚਲਰ ਹੁੰਦਾ ਵਾ। ਸੋ ਇਹ ਚੀਜ਼ ਦਾ ਧਿਆਨ ਰੱਖਣਾ, ਜਾਂ ਲੀਡ ਟੂ PG ਡਿਪਲੋਮਾ ਹੁੰਦਾ ਵਾ ਜਾਂ ਮਾਸਟਰਸ ਹੁੰਦਾ ਵਾ। ਸੋ ਅਗਰ ਸਾਡਾ ਮਕਸਦ ਸਿਰਫ ਇੱਕ ਸਰਕਾਰੀ ਕਾਲਜ, ਚੰਗੀ ਐਜੂਕੇਸ਼ਨ, ਪਾਰਟ ਟਾਈਮ ਵਰਕ ਔਰ ਫੁੱਲ ਟਾਈਮ ਵਰਕ ਆ ਬੱਚੇ ਨੂੰ ਮਿਲਣਾ ਚਾਹੀਦਾ, ਜਿਹੜੇ ਬੱਚੇ ਦੇ ਰਾਈਟਸ ਬਣਦੇ ਆ। ਇਹ ਸਾਰੀਆਂ ਚੀਜ਼ਾਂ ਤੇ ਜੇ ਅਸੀਂ ਫੋਕਸ ਕਰਾਂਗੇ, ਜਿਹੜੀ ਚੀਜ਼ ਲਈ ਤੁਸੀਂ ਜਾ ਰਹੇ ਹੋ, ਲਾਈਕ ਦੈਟ ਇਜ਼ ਅ PR ਪਰਮਨੈਂਟ ਰੈਜ਼ੀਡੈਂਸੀ, ਉਹ ਆਟੋਮੈਟਿਕਲੀ ਤੁਹਾਡੇ ਕੋਲ ਆ ਜਾਏਗੀ ਜੇ ਤੁਸੀਂ ਆਹ ਸਾਰੀਆਂ ਚੀਜ਼ਾਂ ਨੂੰ ਸਿਸਟਮੈਟਿਕਲੀ ਕਰ ਲਿਆ। ਤਾਂ ਮੈਂ ਤੁਹਾਨੂੰ ਸਿਰਫ ਇੰਨਾ ਕਹਿਣਾ ਚਾਹੁੰਦਾ ਵਾਂ, ਮੇਕ ਸ਼ੋਰ ਕਿ ਤੁਸੀਂ ਇਹਦੇ 'ਚ ਗਲਤੀ ਨਾ ਕਰੋ ਔਰ ਉਸ ਹਿਸਾਬ ਨਾਲ ਚੋਣ ਕਰੋ, ਐਕਸਪਰਟ ਐਡਵਾਈਸ ਲਓ ਤਾਂ ਕਿ ਤੁਹਾਨੂੰ ਅੱਗੇ ਜਾ ਕੇ ਕੋਈ ਪ੍ਰੋਬਲਮ ਨਾ ਆਵੇ। ਬਿਲਕੁਲ, ਇਸ ਸ਼ੋਅ ਨੂੰ ਹਲੇ ਵੀ ਬਹੁਤ ਸਾਰਾ ਮਟੀਰੀਅਲ ਇੱਦਾਂ ਦਾ ਹੈਗਾ ਜਿਹੜਾ ਕਿ ਇਸ ਸ਼ੋਅ ਦੇ ਰਾਹੀਂ ਆਪਾਂ ਤੁਹਾਨੂੰ ਦੱਸਣ ਵਾਲੇ ਹਾਂ। ਸ਼ੋਅ ਨੂੰ ਮਿਸ ਆਊਟ ਨਾ ਕਰਿਓ, ਬਿਲਕੁਲ ਐਂਡ ਤੱਕ ਦੇਖਿਓ, ਕੋਈ ਯੂ ਨੈਵਰ ਨੋ ਕਿਹੜਾ ਪੁਆਇੰਟ ਤੁਹਾਡੇ ਕੰਮ ਆਏ। ਇਹਨਾਂ ਦੇ ਨੰਬਰ ਜ਼ਰੂਰ ਨੋਟ ਕਰਕੇ ਰੱਖਿਓ। ਸਰ, ਮੇਰਾ ਅਗਲਾ ਸਵਾਲ ਹੈਗਾ ਬੱਚਿਆਂ ਦੇ ਮਤਲਬ ਦਾ ਹੀ ਸਵਾਲ ਹੈਗਾ, ਇੱਦਾਂ ਦੀ ਜਗ੍ਹਾ ਦੇ ਬਾਰੇ ਵੀ ਸਾਨੂੰ ਗਾਈਡ ਕਰੋ ਜਿਹੜੀ ਕਿ ਐਵਰੇਜ ਸਟੈਂਡਰਡ ਆਫ ਲਿਵਿੰਗ ਹੋਵੇ ਔਰ ਜਿੱਥੇ ਐਡਵਾਂਟੇਜਸ ਥੋੜ੍ਹੇ ਜ਼ਿਆਦਾ ਹੋਣ। ਦੇਖੋ, ਐਵਰੇਜ ਸਟਾਰਟਿੰਗ ਲਿਵਿੰਗ, ਜਦੋਂ ਅਸੀਂ ਕਿਸੇ ਵੀ ਮੇਨ ਸ਼ਹਿਰ ਨੂੰ ਛੱਡ ਦਾਂਗੇ, ਅੱਜ ਸਪੋਜ਼ ਮੈਂ ਚੰਡੀਗੜ੍ਹ ਦੀ ਗੱਲ ਕਰ ਲੈਂਦਾ ਵਾ, ਮਤਲਬ ਮੈਂ ਚੰਡੀਗੜ੍ਹ ਰਹਿਣਾ ਚਾਹੁੰਦਾ ਵਾਂ ਤਾਂ ਇਟਸ ਈਜ਼ੀਲੀ ਟੂ ਕੋਸਟ ਟੂ ਮੀ 15,000 ਰੁਪੀਜ਼ ਮਿਨੀਮਮ ਫॉर 1 ਰੂਮ, ਜਾਂ ਕੁਛ 2 ਰੂਮ ਕਿਤੇ ਕਿਤੇ ਕੋਨੇ 'ਚ ਮਿਲ ਜਾਊਗਾ ਕਿਤੇ। ਇਹੀ ਮੈਂ ਅਗਰ ਨਾਲ ਲੱਗਦੇ ਸਰਹੱਦ ਜਿਹੜੀਆਂ ਹੈਗੀਆਂ ਨੇ, ਜਿਵੇਂ ਕਿ ਖਰੜ ਜਾਂ ਜ਼ੀਰਕਪੁਰ, ਦੇਖੋ ਇਹਦੇ ਵਿੱਚ ਮੈਂ ਜਾਊਂਗਾ ਤਾਂ ਸ਼ਾਇਦ ਮੈਨੂੰ 2 BHK 7,000 ਦਾ ਵੀ ਮਿਲ ਜਾਏਗਾ। ਦੈਟ ਡਿਪੈਂਡ, ਮਤਲਬ ਅੱਜ ਤੁਸੀਂ ਵੈਨਕੂਵਰ ਪੜ੍ਹਨ ਜਾ ਰਹੇ ਹੋ, ਰਹਿ ਸਰੀ ਰਹੇ ਹੋ, ਤੁਸੀਂ ਆਪਣੀ ਕਾਸਟ ਕਟਿੰਗ ਕਰ ਸਕਦੇ ਹੋ। ਇਹ ਸਾਰੀਆਂ ਚੀਜ਼ਾਂ, ਹੁਣ ਤੁਸੀਂ ਅਗਰ ਗੱਲ ਕਰੋਗੇ ਟੋਰਾਂਟੋ, ਬਰੈਂਪਟਨ ਦੇ ਵਿੱਚ ਜੋ ਕਾਸਟ ਹੈਗੀ ਉਹ ਆਣੀ ਹੈ। ਜੇ ਤੁਹਾਡਾ $600 ਲਿਵਿੰਗ ਆ ਰਹੀ ਹੈ, ਤੁਹਾਡਾ ਲੱਗਣਾ ਹੀ ਲੱਗਣਾ। ਬਟ ਇੱਦਾਂ ਦੇ ਬਹੁਤ ਸਾਰੇ ਅਦਰ ਏਰੀਆਜ਼ ਹੁੰਦੇ ਨੇ ਜਿੱਥੇ ਤੁਸੀਂ ਆਪਣੀ ਕਾਸਟ ਕਟਿੰਗ ਕਰ ਸਕਦੇ ਹੋ। ਹੁਣ ਨਾਇਗਰਾ ਕਾਲਜ, ਨਾਇਗਰਾ ਫਾਲਸ, $300 ਦੇ ਵਿੱਚ ਲਿਵਿੰਗ ਕਾਸਟ ਮਿਲ ਜਾਂਦੀ ਹੈ। ਅਦਰ RNIP ਏਰੀਆ, ਸੈਂਟ ਮੈਰੀ, ਟਿਮਨ, ਸਡਬਰੀ, $300 ਦੇ ਉੱਤੇ ਤੁਹਾਨੂੰ ਲਿਵਿੰਗ ਕਾਸਟ ਮਿਲ ਜਾਣੀ ਹੈ। ਇਹੀ ਤੁਸੀਂ ਟੋਰਾਂਟੋ, ਬਰੈਂਪਟਨ ਲਾਗੇ ਤੁਹਾਨੂੰ 600-700 ਰੁਪਏ ਵੀ ਕਾਸਟ ਕਰ ਸਕਦੀ ਹੈ। ਸੋ ਇਹ ਡਿਪੈਂਡ ਕਰਦਾ ਕਿ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਹੈ ਕਿ ਸਟੂਡੈਂਟ ਨੂੰ ਜਿਹੜਾ ਬਾਹਰ ਫੋਰਨ ਦੇ ਵਿੱਚ ਪੜ੍ਹਨ ਜਾਣਾ ਚਾਹੁੰਦਾ, ਜਿਹਦਾ ਪੜ੍ਹਾਈ ਮਕਸਦ ਹੈ, ਉਹਦੇ ਥਰੂ ਉਹ ਜਾ ਰਿਹਾ ਵਾ, ਉਹਨੂੰ ਸਭ ਤੋਂ ਪਹਿਲਾਂ ਫੋਕਸ ਕਰਨਾ ਚਾਹੀਦਾ ਕਿ ਉਹਨੂੰ ਸਹੀ ਪ੍ਰੋਗਰਾਮ ਕਿੱਥੇ ਮਿਲੂਗਾ। ਲਿਵਿੰਗ ਕਾਸਟ ਤੁਸੀਂ ਦੇ ਦੋਗੇ, ਮੈਨੂੰ ਲੱਗਦਾ ਜੇ ਤੁਸੀਂ ਕਮਾਉਂਦੇ ਹੋਗੇ 4 ਪੈਸੇ ਜੇਬ 'ਚ ਹੋਣਗੇ, ਆਪਾਂ ਜ਼ਿਆਦਾ ਵੀ ਖਰਚ ਲਾਂਗੇ। ਬਟ ਜੇ ਸਾਡੇ ਜੇਬ 'ਚ 4 ਪੈਸੇ ਨਾ ਹੋਏ, ਫਿਰ ਅਸੀਂ ਖਰਚਾ ਕਿੱਥੋਂ, ਪੈਸੇ ਕਿੱਥੋਂ ਆਉਣੇ ਆ? ਕੰਮ ਕਰਕੇ। ਕੰਮ ਕਿੱਥੋਂ ਮਿਲਣਾ? ਸਟੱਡੀ ਦੇ ਥਰੂ। ਸਭ ਤੋਂ ਪਹਿਲਾਂ ਮਤਲਬ ਆਪਣਾ ਧਰਮ ਬਣ ਗਿਆ ਕਿ ਆਪਾਂ ਸਟੱਡੀ ਨੂੰ ਕੰਪਲੀਟ ਕਰਨਾ। ਸਟੱਡੀ ਨੂੰ ਕੰਪਲੀਟ ਕਿੱਦਾਂ ਕਰਾਂਗੇ? ਜੇ ਵੀਜ਼ਾ ਲੱਗੂਗਾ। ਵੀਜ਼ਾ ਕਿਵੇਂ ਲੱਗੂਗਾ? ਜੇ ਤੁਹਾਡਾ ਕੋਰਸ ਸਹੀ ਹੋਊਗਾ। ਕੋਰਸ ਸਿਲੈਕਸ਼ਨ ਇਜ਼ ਮੋਰ ਇੰਪੋਰਟੈਂਟ ਦੈਨ ਐਨੀਥਿੰਗ। ਸੋ ਤੁਸੀਂ ਅਗਰ ਕੋਰਸ ਸਿਲੈਕਸ਼ਨ ਬੈਸਟ ਕਰਦੇ ਹੋ, ਏਰੀਆ ਸਿਲੈਕਸ਼ਨ ਅਸੀਂ ਖੁਦ ਕਰਾਂਗੇ ਤੁਹਾਡੀ, ਕਿ ਕਿਹੜੇ ਏਰੀਆ ਦੇ ਵਿੱਚ ਕਿਸ ਤਰ੍ਹਾਂ ਦੀ ਪਾਰਟ ਟਾਈਮ ਜੌਬਸ ਅਵੇਲੇਬਲ ਹੈ, ਕਿੱਥੇ ਤੁਸੀਂ ਸੇਫ ਸਾਊਂਡ ਵਧੀਆ ਰਹਿ ਸਕਦੇ ਹੋ। ਕਿਉਂਕਿ ਅੱਜ ਦੀ ਡੇਟ ਦੇ ਵਿੱਚ ਮੁੰਡਿਆਂ ਨੂੰ ਭੇਜਣ ਲੱਗੇ, ਫਿਰ ਮੈਂ ਭਾਵੇਂ ਘੱਟ ਸੋਚਦਾ ਹਾਂ, ਮੁੰਡੇ ਆਪਣੇ ਆਪ ਸਟੈਂਡ ਹੋ ਜਾਂਦੇ, ਕੁਝ ਪ੍ਰੋਬਲਮ ਨਹੀਂ। ਕੁੜੀਆਂ ਨੂੰ ਭੇਜਣ ਲੱਗੇ ਮੈਂ 2-4 ਵਾਰੀ ਸਾਡੀ ਟੀਮ ਨੂੰ ਸੋਚਣਾ ਪੈਂਦਾ ਵਾ ਕਿ ਕਿੱਥੇ ਹੈ ਜਿੱਥੇ ਉਹਨਾਂ ਦੇ, ਸਾਡੀ ਵੀ ਚੁਆਇਸ ਇਹੀ ਰਹਿੰਦੀ ਹੈ ਕਿ ਪਹਿਲਾਂ ਜਿੱਥੇ ਕੋਈ ਰਿਸ਼ਤੇਦਾਰ ਆ ਅਸੀਂ ਟਰਾਈ ਆਊਟ ਕਰੀਏ ਕਿ ਉੱਥੇ ਫਾਈਂਡ ਕਰੀਏ, ਆਪਸ਼ਨਸ ਮਿਲ ਜਾਣਗੇ। ਸੋ ਇਹ ਬਹੁਤ ਜ਼ਰੂਰੀ ਹੈਗਾ ਵਾ। ਅਸੀਂ ਉਸੇ ਹਿਸਾਬ ਨਾਲ ਚੱਲਦੇ ਹਾਂ। ਅਸੀਂ ਸਾਡੇ ਲਈ ਵੀ ਬਹੁਤ ਇੰਪੋਰਟੈਂਟ ਹੈ ਤੁਹਾਡੀ ਸੇਫਟੀ, ਤੁਹਾਡੀ ਗਰੋਥ, ਤੁਹਾਡਾ ਕਰੀਅਰ, ਸਭ ਕੁਝ ਬਹੁਤ ਇੰਪੋਰਟੈਂਟ ਹੈ।
ਬਿਲਕੁਲ ਖਾਸ ਤੌਰ ਤੇ ਇੰਟਰਨੈਸ਼ਨਲ ਸਟੱਡੀਜ਼ ਦੇ ਐਕਸਪਰਟ ਹੈਗੇ ਨੇ ਲੈਂਡਮਾਰਕ ਇਮੀਗ੍ਰੇਸ਼ਨ ਕਈ ਹਜ਼ਾਰਾਂ ਬੱਚਿਆਂ ਦਾ ਫਿਊਚਰ ਇਹ ਬਣਾ ਚੁੱਕੇ ਨੇ ਕਹਿਣ ਦੀ ਲੋੜ ਨਹੀਂ ਕਿਉਂਕਿ ਐਗਜ਼ਾਮਪਲ ਦੇ ਤੌਰ ਤੇ ਤੁਹਾਨੂੰ ਬਹੁਤ ਸਾਰੀ ਵੀਡੀਓਜ਼ ਇੱਦਾਂ ਦੀ ਦੇਖਣ ਨੂੰ ਮਿਲ ਜਾਏਗੀ ਜਿਹੜੇ ਬੱਚੇ ਇੱਥੋਂ ਦੀ ਪਾਸ ਆਊਟ ਹੋ ਕੇ ਆਪਣਾ ਕਰੀਅਰ ਬਣਾ ਰਹੇ ਨੇ ਔਰ ਅੱਜ ਦੇ ਟਾਈਮ ਤੇ ਆਪਣੀ ਸਕਸੈਸ ਸਟੋਰੀ ਦੇ ਰਾਹੀਂ ਬਾਕੀਆਂ ਨੂੰ ਇੰਸਪਾਇਰ ਕਰ ਰਹੇ ਨੇ ਆਪਣੇ ਐਗਜ਼ਾਮਪਲ ਦੇ ਕੇ ਬਾਕੀਆਂ ਨੂੰ ਵੀ ਮੋਟੀਵੇਟ ਕਰ ਰਹੇ ਨੇ ਸਰ ਮੈਂ ਗੱਲ ਕਰਨਾ ਚਾਹਾਂਗੀ ਆਇਲਸ ਦੀ ਕਿੱਦਾਂ ਤੁਸੀਂ ਆਇਲਸ 'ਚ ਸਪੋਰਟ ਕਰਦੇ ਹੋ ਬੱਚਿਆਂ ਨੂੰ ਜਾਂ ਉਹਨਾਂ ਦੀ ਹੈਲਪ ਕਰਦੇ ਹੋ ਬਿਲਕੁਲ ਆਇਲੈਟਸ ਇੱਕ ਉਹ ਪਹਿਲੀ ਪੌੜੀ ਹੈ ਜਿੱਥੋਂ ਬਿਨਾਂ ਕੈਨੇਡਾ ਦੇ ਸੋਚਣਾ ਕਿਤੇ ਨਾ ਕਿਤੇ ਨਾਮੁਮਕਿਨ ਹੈ ਸੋ ਅਗਰ ਤੁਸੀਂ ਆਇਲੈਟਸ ਬਾਰੇ ਸੋਚ ਰਹੇ ਹੋ ਤੁਸੀਂ ਫਰੈਸ਼ ਸਟੂਡੈਂਟ ਹੋ ਪਹਿਲੀ ਵਾਰ ਆਇਲੈਟਸ ਕਰਨਾ ਚਾਹੁੰਦੇ ਹੋ ਤਾਂ ਯੈਸ ਸਾਡੇ ਕੋਲ ਬਿਗਨਰ ਪ੍ਰੋਗਰਾਮਸ ਅਵੇਲੇਬਲ ਹੈਗੇ ਨੇ ਆਇਲੈਟਸ ਦੇ ਅਗਰ ਤੁਸੀਂ ਆਲਰੇਡੀ ਅਟੈਂਪਟ ਕਰ ਚੁੱਕੇ ਹੋ 1 2 3 ਜਾਂ ਇਸ ਤੋਂ ਵੀ ਵੱਧ ਔਰ ਤੁਹਾਨੂੰ ਸਫਲਤਾ ਨਹੀਂ ਮਿਲ ਰਹੀ ਔਰ ਤੁਸੀਂ ਜਿਹੜੇ ਮਨ ਚਾਹੇ ਬੈਂਡ ਆ ਜਿਹੜੇ ਉਹ ਨਹੀਂ ਪਾ ਰਹੇ ਹੈਗੇ ਕਿਤੇ ਨਾ ਕਿਤੇ ਤੁਹਾਡੀ ਰਿਕੁਆਇਰਮੈਂਟ ਹੈ 6.5 ਨੋਟ ਲੈਸ ਦੈਨ 6 ਦੀ ਬਟ ਤੁਸੀਂ ਉਹ ਸਕੋਰ ਨਹੀਂ ਕਰ ਪਾ ਰਹੇ ਤਾਂ ਉਹਦੇ ਲਈ ਸਾਡੇ ਕੋਲ ਐਡਵਾਂਸ ਲੈਵਲ ਦੇ ਪ੍ਰੋਗਰਾਮ ਵੀ ਅਵੇਲੇਬਲ ਨੇ ਸੋ ਜੇ ਤੁਸੀਂ ਵੀ ਆਇਲੈਟਸ ਦੇ ਵਿੱਚ ਆਪਣਾ ਅੱਗੇ ਵਧਣਾ ਚਾਹੁੰਦੇ ਹੋ ਆਇਲੈਟਸ ਕਰਨਾ ਚਾਹੁੰਦੇ ਹੋ ਔਰ ਫੋਰਨ ਜਾ ਕੇ ਆਪਣਾ ਭਵਿੱਖ ਬਣਾਉਣਾ ਤੇ ਲੈਂਡਮਾਰਕ ਇਮੀਗ੍ਰੇਸ਼ਨ ਮੋਹਾਲੀ ਦੇ ਵਿੱਚ ਬਿਲਕੁਲ ਇੱਕ ਹਾਈਟੈਕ ਇਨਫਰਾਸਟ੍ਰਕਚਰ ਦੇ ਅੰਦਰ ਔਰ ਕੁਆਲਿਟੀ ਮਟੀਰੀਅਲਸ ਦੇ ਨਾਲ ਇੱਕ ਟ੍ਰੇਨਡ ਫੈਸਿਲਿਟੀਜ਼ ਦੇ ਨਾਲ ਤੁਹਾਨੂੰ ਇਹ ਸਰਵਿਸਿਜ਼ ਦੇ ਰਿਹਾ ਉਹ ਵੀ ਬਹੁਤ ਹੀ ਘੱਟ ਨੋਮੀਨਲ ਚਾਰजेस ਦੇ ਵਿੱਚ ਤੁਹਾਨੂੰ ਇਹ ਸਰਵਿਸਿਜ਼ ਮਿਲ ਰਹੀਆਂ ਨੇ ਐਂਡ ਆਈ ਐਮ ਸ਼ੋਰ ਕਿ ਔਰ ਮੇਰੇ ਹੁਣ ਰਿਜ਼ਲਟਸ ਤੁਹਾਨੂੰ ਦੇਖਣ ਨੂੰ ਮਿਲਣਗੇ ਸੋਸ਼ਲ ਮੀਡੀਆ ਦੇ ਉੱਤੇ YouTube ਦੇ ਉੱਤੇ ਵੀ ਦੇਖਣ ਨੂੰ ਮਿਲਣਗੇ ਕਿਉਂਕਿ ਬਹੁਤ ਸਾਰੇ ਸਟੂਡੈਂਟਸ ਨੇ ਆਪਣੇ ਟੈਸਟੀਮੋਨੀਅਲਸ ਰਿਕਾਰਡ ਕੀਤੇ ਨੇ ਜਿਨ੍ਹਾਂ ਨੇ ਸਾਡੇ ਕੋਲੋਂ 7 ਈਚ 8777 6.5 7.5 ਬੈਂਡਸ ਹਾਸਲ ਕੀਤੇ ਨੇ ਓਵਰਆਲ ਨੋਟ ਲੈਸ ਦੈਨ 6 ਬਹੁਤ ਸਾਰੇ ਸਟੂਡੈਂਟ ਦੇ ਜਿਹੜੇ ਟੈਸਟੀਮੋਨੀਅਲ ਤੁਹਾਡੇ ਨਾਲ ਇੱਕ ਇੱਕ ਕਰਕੇ ਅਸੀਂ ਹੁਣ ਸਾਂਝੇ ਕਰਾਂਗੇ ਔਰ ਤੁਸੀਂ ਸਾਡੇ YouTube ਚੈਨਲਸ ਤੇ ਦੇਖ ਸਕਦੇ ਹੋ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਤੁਹਾਨੂੰ ਅਸੀਂ ਬਿਲਕੁਲ ਇੱਕ ਲੇਟੈਸਟ ਮਟੀਰੀਅਲ ਦੇ ਨਾਲ ਪੜ੍ਹਾਉਂਦੇ ਹਾਂ ਤਾਂ ਕਿ ਜੋ ਸੁਪਨਾ ਸੋਚ ਕੇ ਤੁਸੀਂ ਘਰੋਂ ਨਿਕਲੇ ਹੋ ਇੱਕ ਆਇਲੈਟਸ ਕਰਨ ਦੇ ਲਈ ਉਹ ਪੂਰਾ ਕੀਤਾ ਜਾ ਸਕੇ ਜੀ ਉਹ ਪੂਰਾ ਰਟੀਫਿਕੇਸ਼ਨ ਨਾਲ ਨਹੀਂ ਹੋ ਸਕਦਾ ਟੈਕਨੀਕਸ ਦੇ ਨਾਲ ਹੋ ਸਕਦਾ ਵਾ ਸੋ ਅਸੀਂ ਯੂਜ਼ ਕਰਦੇ ਹਾਂ ਲੇਟੈਸਟ ਟੈਕਨੀਕਸ ਜਿਹੜੇ ਸਾਡੇ ਫੈਸਿਲਿਟੀਜ਼ ਨੇ ਉਹ ਟ੍ਰੇਨਡ ਨੇ ਉਹਨਾਂ ਦੀਆਂ ਕਲਾਸਿਸ ਵੀ ਹੁੰਦੀਆਂ ਨੇ ਇਟ ਡਜ਼ਨਟ ਮੀਨ ਕਿ ਕਿਸੇ ਨੇ 7 ਬੈਂਡ ਲੈ ਲਏ ਤੇ ਉਹ ਕਦੀ ਵੀ ਪੜ੍ਹਾਈ ਸਕਦਾ ਵਾ ਕਿਉਂਕਿ ਆਉਣ ਦੇ ਟਾਈਮ ਤੇ ਟਿਪਸ ਐਂਡ ਟੈਕਨੋਲੋਜੀਜ਼ ਚੇਂਜ ਹੁੰਦੀਆਂ ਰਹਿੰਦੀਆਂ ਨੇ ਸੋ ਮੈਨੂੰ ਲੱਗਦਾ ਕਿ ਸਾਡੀ ਜਿਹੜੀ ਫੈਸਿਲਿਟੀਜ਼ ਹੈਗੇ ਨੇ ਉਹ ਬਿਲਕੁਲ ਟ੍ਰੇਨਡ ਨੇ ਅਪਗ੍ਰੇਡਡ ਨੇ ਸੋ ਤੁਸੀਂ ਅਗਰ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ ਆਇਲੈਟਸ ਦੇ ਨਾਲ ਅੱਗੇ ਵਧਣਾ ਚਾਹੁੰਦੇ ਹੋ ਤੇ ਆਇਲੈਟਸ ਲਈ ਵੀ ਤੁਸੀਂ ਲੈਂਡਮਾਰਕ ਇਮੀਗ੍ਰੇਸ਼ਨ ਨੂੰ ਜੁਆਇਨ ਕਰ ਸਕਦੇ ਹੋ ਬਿਲਕੁਲ ਤੇ ਇੱਕ ਸਿੱਧਾ ਸਵਾਲ ਹੋਰ ਮੈਂ ਪੁੱਛਣਾ ਚਾਹਾਂਗੀ ਕਿ ਰਾਈਟ ਕਰੀਅਰ ਪਾਥ ਨੂੰ ਚੂਜ਼ ਕਰਨ ਦੇ ਲਈ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ ਦੇਖੋ ਰਾਈਟ ਕਰੀਅਰ ਪਾਥ ਇੱਦਾਂ ਵਾ ਕਿ ਤੁਸੀਂ ਇੱਕ ਤਾਂ ਸਲਾਹ ਜੇ ਇੱਕ ਐਕਸਪਰਟ ਐਡਵਾਈਸ ਹੈ ਮੈਂ ਬਾਰ-ਬਾਰ ਇਹ ਮੇਰੇ ਜਿਹੜਾ ਵਰਡ ਆ ਮੇਰੇ ਮਾਈਂਡ ਦੇ ਵਿੱਚ ਆ ਜਾਂਦਾ ਮੂੰਹ ਤੇ ਜ਼ੁਬਾਨ ਤੇ ਵੀ ਆ ਜਾਂਦਾ ਵਾ ਐਕਸਪਰਟ ਐਡਵਾਈਸ ਨੂੰ ਕਦੀ ਵੀ ਮਤਲਬ ਦਰਕਿਨਾਰ ਨਾ ਕਰੋ ਕਿਉਂਕਿ ਜਦੋਂ ਇੱਕ ਐਕਸਪਰਟ ਤੁਹਾਨੂੰ ਐਡਵਾਈਸ ਦਿੰਦੇ ਅਸੀਂ 14 ਸਾਲ ਹੋ ਗਏ ਸਾਨੂੰ ਇਸ ਲਾਈਨ ਦੇ ਵਿੱਚ ਐਂਡ ਬਟ ਆਬਵੀਅਸ ਤੁਸੀਂ ਇਹ ਵੀ ਚੰਗੀ ਤਰ੍ਹਾਂ ਸਮਝਦੇ ਹੋਗੇ ਬਿਹਤਰ ਤਰੀਕੇ ਨਾਲ ਕਿ ਅਸੀਂ ਵੀਜ਼ਾ ਲੈਣ ਲਈ ਬੈਠੇ ਹਾਂ ਜੇ ਵੀਜ਼ਾ ਆਏਗਾ ਤੇ ਸਾਡਾ ਵੀ ਬਹੁਤ ਸਾਰਾ ਬੈਨੀਫਿਟ ਹੁੰਦਾ ਹੈ ਸਾਡੇ ਬਿਜ਼ਨਸ ਗਰੋ ਕਰਦੇ ਆ ਜੇ ਤੁਹਾਡਾ ਰਿਫਿਊਜ਼ਲ ਆ ਜਾਂਦਾ ਤੇ ਉੱਥੇ ਸਾਨੂੰ ਵੀ ਨੁਕਸਾਨ ਆ ਕਿਤੇ ਨਾ ਕਿਤੇ ਸੋ ਮੈਂ ਇੱਕੋ ਹੀ ਚੀਜ਼ ਕਹੂੰਗਾ ਤੁਹਾਨੂੰ ਤੁਸੀਂ ਕਿਤੇ ਵੀ ਹੋ ਤੁਹਾਨੂੰ ਲੱਗਦਾ ਕਿ ਤੁਸੀਂ ਐਕਸਪਰਟ ਟੀਮ ਕੋਲ ਬੈਠੇ ਹੋ ਤੇ ਉਹਨਾਂ ਦੀ ਬਿਲਕੁਲ ਗੱਲ ਨੂੰ ਗੌਲੋ ਨਾ ਔਰ ਬਿਲਕੁਲ ਉਸੇ ਚੀਜ਼ ਨਾਲ ਚੱਲੋ ਸਹੀ ਪਾਥ ਲਈ ਸਹੀ ਕਰੀਅਰ ਪਾਥ ਦੇ ਲਈ ਇੱਕ ਸਹੀ ਮਾਰਗਦਰਸ਼ਕ ਦੀ ਬਹੁਤ ਜ਼ਰੂਰਤ ਹੁੰਦੀ ਹੈ ਸੋ ਅਗਰ ਤੁਸੀਂ ਸਾਨੂੰ ਅੱਗੇ ਹੱਥ ਚੰਗੀ ਤਰ੍ਹਾਂ ਇੱਦਾਂ ਫੜਾਉਂਦੇ ਹੋ ਕਿ ਸਰ ਜਿੱਦਾਂ ਵੀ ਕਰਨਾ ਹੈ ਤੁਸੀਂ ਕਰਨਾ ਹੈ ਸਾਨੂੰ ਬਿਹਤਰ ਚੀਜ਼ ਚਾਹੀਦੀ ਹੈ ਫਿਊਚਰ ਬੈਟਰ ਚਾਹੀਦਾ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਵਾਂ ਲੈਂਡਮਾਰਕ ਇਮੀਗ੍ਰੇਸ਼ਨ ਦੀ ਪੂਰੀ ਟੀਮ ਵੱਲੋਂ ਇਹੀ ਅੱਗੇ ਸਟੈਪ ਹੋਏਗਾ ਕਿ ਤੁਹਾਨੂੰ ਇੱਕ ਬਿਹਤਰ ਆਪਸ਼ਨ ਦਿੱਤੇ ਜਾਣ ਜਿਹਦੇ ਵਿੱਚ ਤੁਹਾਨੂੰ ਨੋ ਲੁਕਿੰਗ ਬੈਕ ਵਾਲਾ ਕੰਮ ਹੋਵੇ ਮਤਲਬ ਪਿੱਛੇ ਵੇਖਣ ਦੀ ਲੋੜ ਨਾ ਹੋਵੇ ਔਰ ਤੁਸੀਂ ਜ਼ਿੰਦਗੀ ਦੇ ਵਿੱਚ ਅੱਗੇ ਵਧਦੇ ਜਾਓ ਬਿਲਕੁਲ ਔਰ ਇਹੀ ਰੀਜ਼ਨ ਹੈ ਕਿ ਮੋਸਟ ਅਵਾਰਡਡ ਕੰਪਨੀ ਬਣ ਚੁੱਕੀ ਹੈ ਮੋਸਟ ਟਰਸਟਡ ਬ੍ਰਾਂਡ ਇਹ ਬਣ ਚੁੱਕਿਆ ਹੈ ਵਨ ਆਫ ਦ ਬੈਸਟ ਵਨ ਆਫ ਦ ਪਪੂਲਰ ਬ੍ਰਾਂਡ ਲੈਂਡਮਾਰਕ ਇਮੀਗ੍ਰੇਸ਼ਨ ਇੱਥੇ ਵਿਜ਼ਿਟ ਕਰਨ ਦੇ ਲਈ ਇਹਨਾਂ ਦੇ ਨੰਬਰ ਜ਼ਰੂਰ ਨੋਟ ਕਰ ਲਿਓ ਤੇ ਇਹਨਾਂ ਦੇ ਐਡਰੈਸਿਸ ਵੀ ਤੁਸੀਂ ਨੋਟ ਕਰ ਲਿਓ ਥੈਂਕ ਯੂ ਸੋ ਮਚ ਸਰ ਤੁਸੀਂ ਅੱਜ ਸਾਡੇ ਨਾਲ ਜੁੜੇ ਜਾਣ ਤੋਂ ਪਹਿਲਾਂ ਫਟਾਫਟ ਕੁਝ ਕਹਿਣਾ ਚਾਹੁੰਦੇ ਹੋ ਬਿਲਕੁਲ ਮੈਂ ਇਹੀ ਕਹਿਣਾ ਚਾਹਾਂਗਾ ਜਦੋਂ ਵੀ ਤੁਸੀਂ ਲੈਂਡਮਾਰਕ ਇਮੀਗ੍ਰੇਸ਼ਨ ਦੇ ਕਿਸੇ ਵੀ ਦਫ਼ਤਰ ਚਾਹੋ ਆਪਣੇ ਡਾਕੂਮੈਂਟਸ ਨਾਲ ਜ਼ਰੂਰ ਲੈ ਕੇ ਆਓ ਤਾਂ ਕਿ ਤੁਹਾਡੀ ਪ੍ਰੋਪਰ ਅਸੈਸਮੈਂਟ ਹੋ ਸਕੇ ਔਰ ਤੁਹਾਨੂੰ ਪੂਰੀ ਜਾਣਕਾਰੀ ਇੱਕੋ ਹੀ ਸਿਟਿੰਗ 'ਚ ਦਿੱਤੀ ਜਾ ਸਕੇ ਸੋ ਥੈਂਕ ਯੂ ਵੈਰੀ ਮਚ ਸਤਿ ਸ਼੍ਰੀ ਅਕਾਲ ਜੀ ਤੇ ਇਸੇ ਦੇ ਨਾਲ ਸਾਨੂੰ ਵੀ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ